ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜੁਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਧਰ ਪੁੰਨ ਪੁੰਨ ਸੀਸਾ। ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਜਜਨ ਭਜਨ ਮਮ ਖਾਲਸਾ, ਖਾਲਸਾ ਪੂਜਬੇ ਜੋਗ। ਦਾਸ ਗੋਬਿੰਦ ਫਤਿਹ ਖਾਲਸਾ, ਦਰਸ ਪਰਸ ਮਿਟੈ ਸੋਗ। ਆਤਮ ਰਸ ਜੋ ਜਾਨਹੀ, ਸੋ ਹੈ ਖਾਲਸ ਦੇ। ਪ੍ਰਭ ਮੈਂ ਮੋਹ ਮਹਿ ਤਾਸ ਮਹਿ, ਰੰਚਕ ਨਾਹਿਨ ਭੇਵ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਹਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨ ਸਕਤ ਕਰ ਸਿਫਤ ਤੁਮਹਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੰਚਮ ਭੇ ਸ੍ਰੀ ਤੇਗ ਬਹਾਦਰ, ਨਿਕਟ ਬਿਠਾਵਹਿ ਜਿਨ ਪਿਤ ਸਾਦਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਜੁੜ ਮਿਲ ਕੇ ਬੈਠੀ ਗੁਰੂ ਕਾ ਖਾਸ ਰੂਪ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ। ਜਿਨਕੇ ਭਾਗ ਵੱਡੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਵਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ। ਜਿਸ ਤੇ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ, ਉਸ ਨੂੰ ਵੱਡੇ ਭਾਗ ਦੀ ਬਖਸ਼ਿਸ਼ ਕਰਦੇ ਨੇ। ਉਹਨਾਂ ਨੂੰ ਸਾਧ ਸੰਗਤ ਦੇ ਅੰਦਰ ਬੈਠ ਕੇ ਹਰੀ ਦਾ ਜਸ, ਹਰੀ ਕੀਰਤਨ ਸਰਵਣ ਕਰਨ ਦਾ ਸੁਭਾਗਾ ਸਮਾਂ ਬਖਸ਼ਿਸ਼ ਕਰਦੇ ਨੇ। ਸੱਚੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਗੁਰਪ੍ਰਣਾਲੀ ਦਾ ਇਤਿਹਾਸ ਕੱਲ੍ਹ ਦੇ ਦੀਵਾਨਾਂ ਦੇ ਅੰਦਰ ਅਸੀਂ ਸਰਵਣ ਕਰ ਰਹੇ ਸੀ। ਆਓ ਉਸੀ ਲੜੀ ਨੂੰ ਫੇਰ ਅੱਗੇ ਤੋਰੀਏ। ਸਾਰੀ ਸੰਗਤ ਪ੍ਰੇਮ ਦੇ ਨਾਲ ਆਖਣਾ ਕਰੀਏ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਪੰਚਮ ਭੇ ਸ੍ਰੀ ਤੇਗ ਬਹਾਦਰ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 5 ਪੁੱਤਰ ਹੋਏ ਨੇ।
ਅਸੀਂ ਕੱਲ ਦੇ ਦੀਵਾਨਾਂ ਦੇ ਅੰਦਰ ਸਰਵਣ ਕੀਤਾ ਸੀ। ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ, ਦੂਸਰੇ ਬਾਬਾ ਸੂਰਜਮਲ ਜੀ, ਤੀਸਰੇ ਅਣੀ ਰਾਏ ਜੀ, ਚੌਥੇ ਬਾਬਾ ਅਟਲ ਰਾਏ ਜੀ ਤੇ ਪੰਜਵੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ। ਨਿਕਟ ਬਿਠਾਵਹਿ ਜਿਨ ਪਿਤ ਸਾਦਰ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਆਪਣੀ ਗੋਦੀ ਦੇ ਅੰਦਰ ਬੈਠ ਕੇ ਅਨੰਨਯ ਪ੍ਰੇਮ ਕਰਦੇ ਸਨ। ਸ੍ਰੀ ਗੁਰੂ ਹਰਗੋਬਿੰਦ ਸਮਸ਼ੇਰ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਹਾਬਲੀ ਅਵਤਾਰ ਯੋਧੇ ਪਾਤਸ਼ਾਹ ਮਹਾਰਾਜ ਜੀ ਦਾ ਜੋ ਬਲ ਸੀਗਾ ਉਹ ਕੋਈ ਸੋਧ ਨਹੀਂ ਸਕਦਾ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਭੁਜਾਵਾਂ ਦੇ ਅੰਦਰ ਹਾਥੀ ਦੀ ਸੁੰਡ ਵਰਗਾ ਬਲ ਸੀਗਾ। ਸੱਚੇ ਪਾਤਸ਼ਾਹ ਦੇ ਅੰਦਰ ਬੱਬਰ ਸ਼ੇਰ ਵਰਗੀ ਫੁਰਤੀ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਤੇਗ ਦੇ ਜੋਹਰ ਦੇ ਕਮਾਲ ਪੂਰੇ ਹਿੰਦੁਸਤਾਨ ਦੇ ਅੰਦਰ ਸੰਗਤ ਜਾਣਦੀ ਸੀ। ਫਤਿਹ ਤੁਰਕ ਗਨ ਗਏ ਸ਼ਮਸ਼ੇਰ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 4 ਜੰਗ ਲੜੇ। ਚਾਰੋਂ ਜੰਗਾਂ ਦੇ ਅੰਦਰ ਮਹਾਰਾਜ ਜੀ ਨੇ ਮੋਰਚੇ ਫਤਿਹ ਕਰੇ ਨੇ। ਲੋਹਗੜ੍ਹ ਦੀ ਜੰਗ ਹੋਈ, ਮਹਾਰਾਜ ਹਰਗੋਬਿੰਦਪੁਰੇ ਦੀ ਤੀਸਰੀ, ਚੌਥੀ ਕਰਤਾਰਪੁਰ ਦੀ ਜੰਗ ਹੋਈ। ਲੋਹਗੜ੍ਹ ਦੀ ਜੰਗ ਸ਼੍ਰੀ ਅੰਮ੍ਰਿਤਸਰ ਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 7000 ਫੌਜ ਝਟਕਾਈ। ਉਪਰੰਤ ਦੂਜਾ ਜਿਹੜਾ ਜੰਗ ਹੋਇਆ ਉਹ ਮਹਾਰਾਜ ਦਾ ਜੰਗ ਹੋਇਆ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਨੇ 15000 ਤੁਰਕਾਂ ਦੀ ਫੌਜ ਨੂੰ ਝਟਕਾਇਆ। ਤੀਸਰੀ ਜੰਗ ਗੁਰੂ ਹਰਗੋਬਿੰਦਪੁਰੇ ਦੀ ਹੋਈ, ਉੱਥੇ ਗੁਰੂ ਹਰਗੋਬਿੰਦ ਸਾਹਿਬ ਨੇ 35000 ਤੁਰਕਾਂ ਦੀ ਫੌਜ ਨੂੰ ਸਿੰਘਾਂ ਦੇ ਨਾਲ ਰਲ ਕੇ ਝਟਕਾਇਆ। ਉਪਰੰਤ ਚੌਥੀ ਕਰਤਾਰਪੁਰੇ ਦੀ ਸਭ ਤੋਂ ਵੱਡੀ ਜੰਗ ਹੋਈ, ਜਿਹਦੇ ਅੰਦਰ 78000 ਤੁਰਕ ਤਕਰੀਬਨ 80000 ਫੌਜ ਚੜ੍ਹ ਕੇ ਆਈ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਧੂਲ ਚਟਾਈ ਤੇ ਜੰਗ ਫਤਿਹ ਕੀਤੇ ਖਾਲਸੇ ਦੇ ਨਾਲ। ਬਨਦਾਸਨ ਕੇ ਕਾਜ ਸੁਧਾਰੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਸਿੱਖਾਂ ਦੇ ਕਾਜ ਸੁਧਾਰਨ ਵਾਲੇ ਨੇ। ਨਾ ਕੇਵਲ ਪਾਤਸ਼ਾਹ ਲੋਕ ਦੇ ਸਹਾਈ ਨੇ, ਪਰ ਪਰਲੋਕ ਵਿੱਚ ਵੀ ਅੰਗ ਸੰਗ ਸਹਾਇਤਾ ਕਰਨੇ ਵਾਲੇ ਨੇ। ਜਗ ਮਹਿ ਕੀਰਤ ਬਹੁ ਵਿਸਤਾਰੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਨਾਮ ਤਾਂ ਹੀ ਤਾਂ ਦੀਨ ਦੁਨੀ ਦਾ ਪਾਤਸ਼ਾਹ ਅਡੋਲਾ ਹੈ। ਨਾ ਕੇਵਲ ਮਹਾਰਾਜ ਸੰਸਾਰ ਦੇ ਉੱਤੇ ਦੀਨ ਦੀ ਰੱਖਿਆ ਕਰਦੇ ਨੇ ਇਨਸਾਨ ਦੀ, ਪਰ ਦੁਨੀ ਦੇ ਅੰਦਰ ਜਿੱਥੇ ਕੋਈ ਸਹਾਇਤਾ ਨਹੀਂ ਕਰਦਾ ਉੱਥੇ ਗੁਰੂ ਹਰਗੋਬਿੰਦ ਸਾਹਿਬ ਬਾਂਹ ਫੜਦੇ ਨੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪਣੀ ਸੰਗਤ ਦੀ ਬਾਂਹ ਦੀਨ ਤੇ ਦੁਨੀ ਦੀ ਅੰਦਰ ਫੜਦੇ ਨੇ। ਪਾਤਸ਼ਾਹ ਦਾ ਜੋ ਜਸ ਸੀਗਾ ਸਾਰੇ ਬ੍ਰਹਿਮੰਡ ਦੇ ਅੰਦਰ ਉਜਵਲ ਸੀ। 63 ਸੰਮਤ 10 ਮਾਸ। ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ 31 ਸਾਲ ਗੁਰਤਾ ਗੱਦੀ ਤੇ ਬੈਠੇ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ 31 ਸਾਲ 10 ਮਹੀਨੇ ਗੁਰਤਾ ਗੱਦੀ ਤੇ ਸੰਗਤ ਨੂੰ ਤਾਰਿਆ ਹੈ। ਖਟ ਦਿਨ ਗੁਰਤਾ ਥਿਤ ਸੁਗਰਾਸ। 31 ਸਾਲ 10 ਮਹੀਨੇ ਤੇ 6 ਦਿਨ ਪਾਤਸ਼ਾਹ ਗੁਰਤਾ ਗੱਦੀ ਤੇ ਸੁਭਾਈਮਾਨ ਹੋਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸੰਗਤਾਂ ਨੂੰ ਤਾਰਿਆ। 1695 ਸਾਲ। ਸੱਚੇ ਪਾਤਸ਼ਾਹ 1695 ਬਿਕਰਮੀ ਨੂੰ ਫੇਰ ਚੇਤ ਪੰਚਮੀ ਸ਼ੁਦੀ ਕਿਰਪਾਲ। ਸੱਚੇ ਪਾਤਸ਼ਾਹ ਪੰਜਵੀਂ ਵਾਲਾ ਦਿਹਾੜਾ ਸੀ। ਚੇਤ ਮਹੀਨੇ ਨੂੰ ਸੱਚੇ ਪਾਤਸ਼ਾਹ ਸੱਚਖੰਡ ਜੋਤੀ ਜੋਤ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਸਮਾ ਗਏ। ਸੱਚਖੰਡ ਕੋ ਤਬ ਹੈ ਪਧਾਰੇ। ਸੱਚੇ ਪਾਤਸ਼ਾਹ ਮਹਾਰਾਜ ਸੱਚਖੰਡ ਵਿਖੇ ਚਲੇ ਗਏ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚਖੰਡ ਜਾਣਾ ਸੀਗਾ, ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ, ਗੁਰਦੁਆਰਾ ਕੀਰਤਪੁਰ ਸਾਹਿਬ ਅਨੰਦਪੁਰ ਸਾਹਿਬ ਤੋਂ 4 ਕਿਲੋਮੀਟਰ ਪਹਿਲਾਂ ਉੱਥੇ ਸੁਸ਼ੋਭਿਤ ਹੈ। ਪਾਤਸ਼ਾਹ ਗੁਰੂ ਹਰਰਾਏ ਸਾਹਿਬ ਦਾ ਜਨਮ ਵੀ ਉੱਥੇ ਹੋਇਆ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਦਾ ਵੀ ਜਨਮ ਉਸ ਸਥਾਨ ਤੇ ਹੋਇਆ ਹੈ ਤੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਜੋਤੀ ਜੋਤ ਸਥਾਨ ਵੀ ਕੀਰਤਪੁਰ ਸਾਹਿਬ ਹੈ। ਤੇ 10 ਪਾਤਸ਼ਾਹੀਆਂ ਨੇ ਕੀਰਤਪੁਰ ਸਾਹਿਬ ਆਪਣੇ ਚਰਨ ਪਾਏ ਨੇ। ਇਤਿਹਾਸ ਉੱਥੇ ਲਿਖ ਕੇ ਲੱਗਿਆ ਹੈ। ਬੜਾ ਪਾਵਨ ਪਵਿੱਤਰ ਸਥਾਨ ਹੈ। ਸ਼੍ਰੀ ਕੀਰਤਪੁਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜਦੋਂ ਜੋਤੀ ਜੋਤ ਸਮਾਉਣ ਲੱਗੇ ਸੀ ਤਦੋਂ ਨਿਕਟਵਰਤੀ ਸਿੰਘਾਂ ਨੂੰ ਮਹਾਰਾਜ ਨੇ ਪਹਿਲਾਂ ਦੱਸਤਾ ਸੀ ਵੀ ਅਸੀਂ ਆਪਣੇ ਸਰੀਰ ਨੂੰ ਹੁਣ ਵਿਸ਼ਰਾਮ ਦੇਵਾਂਗੇ ਸਥੂਲ ਰੂਪ ਦੇ ਅੰਦਰ। ਗੁਰੂ ਹਰਗੋਬਿੰਦ ਸਾਹਿਬ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸੰਗਤ ਨੂੰ ਜਿਹੜਾ ਉਪਦੇਸ਼ ਗੁਰਬਾਣੀ ਚੋਂ ਦਿੱਤਾ ਸੀ ਉਹ ਇਹ ਸ਼ਬਦ ਉਚਾਰਨ ਕੀਤਾ ਸੀ, ਚਾਂਦਨਾ ਚਾਂਦਨ ਆਂਗਨ ਪ੍ਰਭ ਜੀਓ ਅੰਦਰ ਚਾਂਦਨਾ। ਇਹ ਸ਼ਬਦ ਮਹਾਰਾਜ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗਾਇਆ ਸੀ। ਸ੍ਰੀ ਹਰਿ ਰਾਏ ਤਖਤ ਬੈਠਾਰੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਜਦੋਂ ਗੁਰੂ ਰਾਮਦਾਸ ਮਹਾਰਾਜ ਜੋਤੀ ਜੋਤ ਸਮਾਏ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਕਲਮ ਦੇ ਨਾਲ ਲਿਖਿਆ ਹੈ, ਭਿੰਨ ਭਿੰਨ ਸਭ ਹੂੰ ਕਰ ਜਾਣਾ, ਏਕ ਰੂਪ ਕਿਨਹੂ ਪਹਿਚਾਨਾ, ਜਿਨ ਜਾਨਾ ਤਿਨ ਹੀ ਸਿਧ ਪਾਈ, ਬਿਨ ਸਮਝੇ ਸਿਧ ਹਾਥ ਨਾ ਆਈ।
रामदास हरस्यों मिल गए, गुरता देत अर्जनह भये। जब अर्जन प्रभ लोक सुधारे, हर गोबिंद तै ठां बैठारे। हर गोबिंद प्रभ लोक सुधारे, हरि राय तह ठां बैठारे। गुरु हरगोबिंद साहब महाराज ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਜੋ ਗੁਰਤਾ ਗੱਦੀ ਦੇ ਸੁਭਾਇਮਾਨ ਹੋਏ, ਉਹ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਧੰਨ ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਹੋਏ। ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਸੀ ਤੇ ਮਹਾਰਾਜ ਗੁਰੂ ਹਰ ਰਾਏ ਸਾਹਿਬ ਜਦੋਂ ਸੁਭਾਇਮਾਨ ਹੋਏ ਗੁਰਤਾ ਗੱਦੀ ਤੇ, ਸ੍ਰੀ ਬਾਬਾ ਗੁਰਦਿੱਤਾ ਰੂਪ, ਉਹ ਬਾਬਾ ਗੁਰਦਿੱਤਾ ਜੀ ਦਾ ਹੀ ਗੁਰੂ ਨਾਨਕ ਸਾਹਿਬ ਦਾ ਸਰੂਪ ਸੀਗੇ ਤੇ ਗੁਰੂ ਹਰ ਰਾਏ ਸਾਹਿਬ ਜਦੋਂ ਗੁਰਤਾ ਗੱਦੀ ਤੇ ਸੁਭਾਇਮਾਨ ਹੋਏ ਨੇ, ਵਿਆਹੀ ਨੇਤੀ ਨਾਮ ਅਨੂਪ, ਉਹਨਾਂ ਦਾ ਆਨੰਦ ਕਾਰਜ ਗੁਰੂ ਹਰ ਰਾਏ ਸਾਹਿਬ ਜੀ ਦਾ ਮਾਤਾ ਨੇਤੀ ਜੀ ਦੇ ਨਾਲ ਹੋਇਆ ਹੈ। ਦਵੈਸਤ ਇਨਤੇ ਉਤਪਤ ਹੋਏ, ਬੀਬੀ ਨੇਤੀ ਜੀ ਤੋਂ ਦੋ ਪੁੱਤਰਾਂ ਦੀ ਉਤਪਤੀ ਹੋਈ। ਉਹ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਸ੍ਰੀ ਹਰਿ ਰਾਏ ਧੀਰਮਲ ਦੋਏ, ਜਦੋਂ ਬਾਬਾ ਸੱਚੇ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਮਹਾਰਾਜ ਤੇ ਦੂਸਰੇ ਬਾਬਾ ਧੀਰਮਲ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਨੂੰਹ ਸੀਗੀ ਬੀਬੀ ਨੇਤੀ। ਬੀਬੀ ਨੇਤੀ ਬਾਬੇ ਗੁਰਦਿੱਤੇ ਦੀ ਘਰਵਾਲੀ ਸੀਗੀ ਤੇ ਉਹਨਾਂ ਦੇ ਉਧਰ ਤੋਂ ਦੋ ਪੁੱਤਰਾਂ ਦੀ ਉਤਪਤੀ ਹੋਈ। ਦੋ ਸੰਤਾਨ ਹੋਈਆਂ, ਗੁਰੂ ਹਰ ਰਾਏ ਸਾਹਿਬ ਤੇ ਬਾਬਾ ਧੀਰਮਲ ਜੀ। ਬਾਬਾ ਧੀਰਮਲ ਜੀ ਵੱਡੇ ਸੀ। ਟਿਕਿਓ ਪ੍ਰਿਤਮੈ ਤੇ ਗੁਰਪੋਤਾ, ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਗੁਰਤਾ ਗੱਦੀ ਸੀਗੀ ਉਹ ਦਾਦੇ ਤੋਂ ਪੋਤਰੇ ਨੂੰ ਮਿਲੀ ਹੈ। ਦੀਨ ਦੁਨੀ ਥੰਬ ਭਾਰ ਖਲੋਤਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦੀਨ ਦੁਨੀ ਦਾ ਭਾਰ ਸੀਗਾ ਉਹ ਗੁਰੂ ਹਰ ਰਾਏ ਸਾਹਿਬ ਦੇ ਮੋਢਿਆਂ ਤੇ ਪਾ ਦਿੱਤਾ। ਕੀਰਤਪੁਰ ਮਹਿ ਜਨਮ ਭਇਓ ਹੈ, ਸੱਚੇ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਦਾ ਜੋ ਜਨਮ ਹੈ ਉਹ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਵਿਖੇ ਹੋਇਆ ਹੈ। ਸ੍ਰੀ ਹਰਿ ਰਾਏ ਗੁਰੂ ਸੋ ਥਿਓ ਹੈ, ਸੱਚੇ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਜੀ ਦਾ ਜਦੋਂ ਅਵਤਾਰ ਹੋਇਆ ਉਸ ਤੋਂ ਕੁਝ ਸਮੇਂ ਬਾਅਦ ਹੀ ਉਹਨਾਂ ਨੂੰ ਗੁਰਤਾ ਗੱਦੀ ਤੇ ਸੁਭਾਇਮਾਨ ਕੀਤਾ ਪਾਤਸ਼ਾਹ ਨੇ। ਬਹੁਦਾਸਨ ਕੋ ਕਰ ਬਖਸ਼ੀਸ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਬੇਅੰਤ ਸਿੱਖਾਂ ਦੇ ਉੱਤੇ ਬਖਸ਼ਿਸ਼ਾਂ ਕੀਤੀਆਂ ਨੇ। ਉਤੇ ਰੰਕ ਜੇ ਭਏ ਮਹੀਸ, ਜਿਹੜੇ ਰੰਕ ਸੀਗੇ ਗਰੀਬ ਸੀਗੇ, ਗੁਰੂ ਸਾਹਿਬ ਮਹਾਰਾਜ ਉਹਨਾਂ ਨੂੰ ਰਾਜੇ ਬਣਾਉਣ ਵਾਲੇ ਸੀਗੇ। ਖਾਲਸਾ ਜੀ ਕਵੀ ਸੰਤੋਖ ਸਿੰਘ ਜੀ ਦਾ ਇੱਥੇ ਇਸ਼ਾਰਾ ਕਿਹਦੇ ਵੱਲ ਹੈ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਇੱਕ ਸਿੱਖ ਸੀਗੇ ਜਿਨ੍ਹਾਂ ਦਾ ਨਾਮ ਪੰਜਵੇਂ ਪਾਤਸ਼ਾਹ ਦਾ ਸਿੱਖ ਸੀਗਾ ਭਾਈ ਭਗਤੂ। ਉਹ ਬ੍ਰਹਮ ਗਿਆਨੀ ਸੀ ਤੇ ਭਾਈ ਭਗਤੂ ਜੀ ਦੇ ਨਾਲ ਇੱਕ ਭਾਈ ਕਾਲਾ ਜੀ ਆਏ। ਉਹ ਭਾਈ ਕਾਲਾ ਜੀ ਗੁਰੂ ਕੇ ਬੜੇ ਪਿਆਰੇ ਸਿੱਖ ਸੀਗੇ ਤੇ ਉਹਨਾਂ ਨੇ ਕਿਹਾ, ਮਹਾਰਾਜ ਮੇਰਾ ਵੱਡਾ ਭਰਾ ਜੰਗ ਦੇ ਅੰਦਰ ਚੜ੍ਹਾਈ ਕਰ ਗਿਆ ਤੇ ਮੇਰੇ ਵੱਡੇ ਭਰਾ ਦੇ ਪੁੱਤਰ ਦਾ ਨਾਮ ਹੈ ਫੂਲ, ਤੇ ਮਹਾਰਾਜ ਉਹਨੂੰ ਤੁਸੀਂ ਬਖਸ਼ਿਸ਼ ਕਰੋ, ਸਿਰ ਤੇ ਹੱਥ ਰੱਖੋ। ਤੇ ਮਹਾਰਾਜ ਕਹਿੰਦੇ ਵੀ ਕੱਲ ਉਹਨੂੰ ਦਰਬਾਰ ਦੇ ਅੰਦਰ ਲੈ ਆਈ ਤੇ ਸਾਨੂੰ ਮਿਲਵਾਈ। ਤੇ ਜਿਹੜੇ ਫੂਲ ਸੀਗੇ ਉਹਨਾਂ ਦੀ ਉਮਰ ਸੀਗੀ ਛੋਟੀ 7 ਸਾਲ ਦੀ, ਤੇ ਜਿਹੜਾ ਕਾਲਾ ਸੀਗਾ ਭਾਈ ਕਾਲਾ ਸੀਗਾ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਬਾਰ ਦੇ ਅੰਦਰ ਆਪਣੇ ਭਤੀਜੇ ਨੂੰ, ਭਰਾ ਦੇ ਬੇਟੇ ਨੂੰ, ਜਿਹੜਾ ਭਰਾ ਚੜ੍ਹਾਈ ਕਰ ਗਿਆ ਸੀ ਜੰਗ ਲੜਦੇ ਲੜਦੇ, ਉਹਨਾਂ ਨੂੰ ਲੈ ਕੇ ਆਇਆ ਤੇ ਬੱਚੇ ਨੂੰ ਪਹਿਲਾਂ ਦੱਸ ਦਿੱਤਾ ਵੀ ਜਿੰਨੀ ਤੂੰ ਨਿਮਰਤਾ ਦੇ ਨਾਲ ਗੁਰੂ ਅੱਗੇ ਰਵੇਂਗਾ ਉਨੇ ਹੀ ਗੁਰੂ ਤੈਨੂੰ ਜ਼ਿਆਦਾ ਬਖਸ਼ਿਸ਼ਾਂ ਕਰਨਗੇ। ਤੇ ਜਿਹੜਾ ਫੂਲ ਸੀਗਾ ਉਹ ਬਾਲਕ ਸੀਗਾ, ਉਹ ਉੱਪਰੋਂ ਵਸਤਰਾਂ ਤੋਂ ਨੰਗਾ ਹੀ ਆ ਗਿਆ, ਥੱਲੇ ਛੋਟੀ ਜਿਹੀ ਧੋਤੀ ਬੰਨ ਕੇ ਆ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਆਪਣਾ ਢਿੱਡ ਵਜਾਉਣ ਲੱਗ ਪਿਆ। ਜਦੋਂ ਜ਼ੋਰ-ਜ਼ੋਰ ਦੇ ਆਪਣਾ ਢਿੱਡ ਵਜਾਉਣ ਲੱਗ ਪਿਆ ਤੇ ਗੁਰੂ ਹਰਗੋਬਿੰਦ ਸਾਹਿਬ ਹੱਸ ਪਏ। ਮਹਾਰਾਜ ਕਹਿੰਦੇ ਇਹ ਢਿੱਡ ਕਿਉਂ ਵਜਾਉਂਦਾ ਹੈ? ਕਿਹਾ ਮਹਾਰਾਜ ਇਹਨਾਂ ਦੇ ਕੋਲ ਧਨ ਦੀ ਥੋੜੀ ਕਮੀ ਹੈ, ਪਿਤਾ ਚੜ੍ਹਾਈ ਹੋਣ ਕਰਕੇ, ਮੈਂ ਵੀ ਪਰਿਵਾਰ ਬਹੁਤ ਵੱਡਾ ਪਾਲ ਰਿਹਾ ਤੇ ਮਹਾਰਾਜ ਢਿੱਡ ਖੜਕਾਉਂਦਾ, ਆਪਣੀ ਗਰੀਬੀ ਦਾ ਪ੍ਰਗਟਾਵਾ ਕਰਦਾ। ਗੁਰੂ ਹਰਗੋਬਿੰਦ ਸਾਹਿਬ ਮੌਜ 'ਚ ਬੈਠੇ ਸੀ। ਮਹਾਰਾਜ ਕਹਿੰਦੇ ਇਹਨਾਂ ਦੇ ਜੋ ਬੱਚੇ ਨੇ, ਇਹਨਾਂ ਦੇ ਅੱਗੇ ਇਹਨਾਂ ਦੀ ਪੀੜ੍ਹੀਆਂ ਨੇ, ਉਹ ਯਮੁਨਾ ਦੇ ਕੰਢਿਆਂ ਦੇ ਉੱਤੇ ਇਹਨਾਂ ਦੇ ਘੋੜੇ ਪਾਣੀ ਪੀਆ ਕਰਨਗੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵਰ ਦੇ ਦਿੱਤਾ ਤੇ ਜਦੋਂ ਫੂਲ ਨੂੰ ਲੈ ਕੇ ਵਾਪਸ ਘਰ ਪਹੁੰਚਿਆ ਕਾਲਾ, ਤੇ ਕਾਲੇ ਦੀ ਘਰਲੀ ਨਾਰਾਜ਼ ਹੋ ਗਈ ਕਿ ਆ ਭਤੀਜੇ ਨੂੰ ਤਾਂ ਵਰ ਦਿਵਾ ਲਿਆਇਓ ਤੇ ਪੁੱਤਰ ਸਾਡੇ ਸਾਂਝੇ ਹੀ ਰਹਿ ਗਏ ਨੇ, ਪੁੱਤਰਾਂ ਨੂੰ ਵੀ ਤਾਂ ਵਰ ਦਿਵਾਉਣਾ ਸੀਗਾ। ਤੇ ਬਹੁਤ ਦਿਨ ਤਾਂ ਸ਼ਰਮ ਦਾ ਮਾਰਾ ਜਿਹੜਾ ਕਾਲਾ ਸੀਗਾ ਆਪਣੇ ਬੱਚਿਆਂ ਨੂੰ ਲੈ ਕੇ ਨਾ ਆ ਸਕਿਆ। ਪਰ ਕੁਝ ਦਿਨ ਤੋਂ ਬਾਅਦ 10ਵੇਂ 8ਵੇਂ ਦਿਨ ਜਦੋਂ ਘਰ ਵਾਲੀ ਬਹੁਤ ਹੀ ਪਿੱਛੇ ਪੈ ਗਈ
ਤਦ ਫਿਰ ਕਾਲਾ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਪਹੁੰਚਿਆ, ਕਿਹਾ ਮਹਾਰਾਜ ਮੇਰੇ ਪੁੱਤਰ ਨੂੰ ਵੀ ਬਖਸ਼ਿਸ਼ ਕਰੋ। ਜਦੋਂ ਇਹ ਗੱਲ ਸੁਣੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ, ਮਹਾਰਾਜ ਕਹਿੰਦੇ ਵੀ ਚਲੋ ਤੁਹਾਡੇ ਪੁੱਤਰਾਂ ਕੋਲ ਵੀ ਰਾਜ ਹੋਵੇਗਾ, ਪਰ ਇਹਨਾਂ ਕੋਲ ਰਾਜ ਫੂਲਕਿਆਂ ਜਿੰਨਾ ਨਹੀਂ ਹੋਵੇਗਾ। ਤੇ ਜਿਹੜੇ ਫੂਲਕੇ ਸੀਗੇ ਉਹਨਾਂ ਨੂੰ ਮਹਾਰਾਜ ਨੇ ਜ਼ਿਆਦਾ ਬਖਸ਼ਿਸ਼ਾਂ ਕੀਤੀਆਂ, ਤੇ ਜਿਹੜੇ ਕਾਲੇ ਦੇ ਬੱਚੇ ਸੀਗੇ ਉਹਨਾਂ ਨੂੰ ਪਟਿਆਲੇ ਦਾ ਰਾਜ ਦਿੱਤਾ। ਪਟਿਆਲਾ ਨਾਭਾ ਇਹ ਰਾਜ ਉਹਨਾਂ ਨੂੰ ਮਿਲਿਆ ਜਿਹੜਾ ਮਹਾਰਾਜਾ ਪਟਿਆਲਾ ਹੋਇਆ, ਉਹਨਾਂ ਦੀ ਅੰਸ਼-ਬੰਸ਼ ਚੱਲੀ ਅੱਗੋਂ। ਤੇ ਦੂਜੇ ਜਿਹੜੇ ਕਾਲੇ ਦੇ ਬੱਚੇ ਸੀਗੇ ਉਹਨਾਂ ਨੂੰ ਜੀਂਦ ਦਾ ਰਾਜ ਮਿਲਿਆ, ਕਿਉਂਕਿ ਮਹਾਰਾਜ ਨੇ ਬਚਨ ਕੀਤਾ ਸੀ ਵੀ ਤੇਰੇ ਘੋੜੇ ਯਮਨਾ ਤੱਕ ਪਾਣੀ ਪੀਆ ਕਰਨਗੇ, ਦਿੱਲੀ ਤੱਕ ਰਾਜ ਹੋਵੇਗਾ। ਤੇ ਉਹ ਜਦੋਂ ਜੀਂਦ ਤੱਕ ਦਾ ਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦਿੱਤਾ, ਤੇ ਉਹ ਰਾਜੇ ਬਹੁਤ ਜ਼ਿਆਦਾ ਪ੍ਰਤਾਪੀ ਹੋ ਗਏ, ਧਰਮੀ ਬਣੇ। ਉਹ ਰਾਜਿਆਂ ਨੇ ਇੰਨਾ ਪ੍ਰਤਾਪ ਉਹਨਾਂ ਦਾ ਵਧਿਆ ਕਿ ਉਹ ਰਾਜਿਆਂ ਦੇ ਅੱਗੋਂ ਪੁੱਤਰ ਹੋਏ। ਉਹ ਪੁੱਤਰਾਂ ਦੇ ਨਾਮ ਰਾਮ ਸਿੰਘ, ਨਿਰਮਲ ਸਿੰਘ ਉਹ ਹੋਏ। ਉਹਨਾਂ ਦੀ ਅੰਸ਼-ਬੰਸ਼ ਤੋਂ ਹੀ ਬੀਬੀ ਰਾਜ ਕੌਰ ਹੋਈ। ਉਹਨਾਂ ਦਾ ਪੁੱਤਰ ਹੋਇਆ ਅੱਗੇ ਗਜਪਤ ਸਿੰਘ। ਗਜਪਤ ਸਿੰਘ ਜਿਹੜੇ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ ਨਾਨਾ ਜੀ ਸੀਗੇ। ਗਜਪਤ ਸਿੰਘ ਦੀ ਲੜਕੀ ਦਾ ਨਾਮ ਹੋਇਆ ਮਹਾਰਾਣੀ ਰਾਜ ਕੌਰ। ਉਹ ਰਾਜ ਕੌਰ ਦਾ ਵਿਆਹ ਮਹਾ ਸਿੰਘ ਜੀ ਦੇ ਸੂਕਰ ਚੱਕੀਏ ਚੜ੍ਹਤ ਸਿੰਘ ਦੇ ਪੋਤਰੇ ਸੀਗੇ ਮਹਾਰਾਜਾ ਰਣਜੀਤ ਸਿੰਘ, ਤੇ ਮਹਾ ਸਿੰਘ ਦੇ ਪੁੱਤਰ ਸੀਗੇ। ਮਹਾ ਸਿੰਘ ਦੇ ਪੁੱਤਰ ਰਣਜੀਤ ਸਿੰਘ ਦੇ ਉਹਨਾਂ ਦੀ ਮਾਤਾ ਬਣੀ। ਸੋ ਉਹਨਾਂ ਦਾ ਉੱਥੇ ਆਨੰਦ ਕਾਰਜ ਹੋਇਆ ਜਦੋਂ ਮਹਾ ਸਿੰਘ ਦੇ ਨਾਲ, ਤੇ ਉਹਨਾਂ ਤੋਂ ਮਹਾਰਾਜਾ ਰਣਜੀਤ ਸਿੰਘ ਪੈਦਾ ਹੋਏ। ਸੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਵਾਰੀ ਸੀਗਾ, ਤੇ ਸੱਚੇ ਪਾਤਸ਼ਾਹ ਗਰੀਬਾਂ ਨੂੰ ਵੀ ਨਿਮਾਣ ਦੇਣ ਵਾਲੇ ਸੀਗੇ। ਜਿਨ੍ਹਾਂ ਦੇ ਢਿੱਡ ਦੇ ਉੱਤੇ ਕੋਈ ਕੱਪੜਾ ਨਹੀਂ ਸੀਗਾ, ਉਹਨਾਂ ਨੇ ਕੇਵਲ ਆਪਣਾ ਢਿੱਡ ਖੜਕਾਇਆ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਰਾਜ ਦੇ ਦਿੱਤੇ। ਵਿਆਹੀ ਮਹਿਲਾ ਅਸ਼ਟ ਮਹਾਨੀ। ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ 8 ਮਹਿਲ ਹੋਏ ਨੇ। ਕ੍ਰਿਸ਼ਨ ਕੌਰ ਕੋਟ ਕਲਿਆਣੀ। ਕ੍ਰਿਸ਼ਨ ਕੌਰ ਜੀ ਕੋਟ ਕਲਿਆਣੀ ਜੀ ਦੂਜੇ ਨੰਬਰ ਤੇ। ਤੋਖੀ ਅਪਰ ਅਨੋਖੀ ਨੀਕੀ। ਤੀਸਰੇ ਮਾਤਾ ਤੋਖੀ ਜੀ ਤੇ ਕੋਟ ਕਲਿਆਣੀ ਜੀ। ਰਾਮ ਕੌਰ ਅਰ ਨਾਮ ਲੜੀਕੀ। ਰਾਮ ਕੁਏਰ ਜੀ ਲੜੀਕੀ ਜੀ। ਸਪਤਮ ਹੈ ਸ੍ਰੀ ਪ੍ਰੇਮ ਕੁਮਾਰੀ। ਤੇ 7ਵੀਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਆਨੰਦ ਕਾਰਜ ਪ੍ਰੇਮ ਕੌਰ ਜੀ ਦੇ ਨਾਲ ਹੋਏ। ਅਸ਼ਟਮ ਚੰਦ ਕੌਰ ਸੁਖਕਾਰੀ। ਤੇ 8ਵੇਂ ਗੁਰੂ ਹਰਿਰਾਏ ਸਾਹਿਬ ਦੇ ਮਹਿਲ ਜੀ ਦਾ ਨਾਮ ਚੰਦ ਕੌਰ ਸੀਗਾ। 8 ਆਨੰਦ ਕਾਰਜ ਹੋਏ ਗੁਰੂ ਹਰਿਰਾਏ ਸਾਹਿਬ ਦੇ। ਦਵੈਸਤ ਸ਼੍ਰੀ ਹਰਿ ਰਾਏ ਉਪਾਏ। ਗੁਰੂ ਹਰਿਰਾਏ ਸਾਹਿਬ ਮਹਾਰਾਜ ਤੋਂ 2 ਪੁੱਤਰ ਪੈਦਾ ਹੋਏ। ਵੱਡੇ ਦਾ ਨਾਮ ਸੀਗਾ ਬਾਬਾ ਰਾਮ ਰਾਏ ਜੀ, ਜਿਨ੍ਹਾਂ ਨੇ ਗੁਰਬਾਣੀ ਦੀ ਤੁਕ ਬਦਲੀ ਸੀ। ਮਿੱਟੀ ਮੁਸਲਮਾਨ ਕੀ ਪੇੜੇ ਭਈ ਕੁਮਿਹਾਰ, ਘੜ ਭਾਂਡੇ ਇੱਟਾਂ ਕੀਆ ਜਲਦੀ ਕਰੇ ਪੁਕਾਰ। ਉੱਥੇ ਉਹਨਾਂ ਨੇ ਮਿੱਟੀ ਮੁਸਲਮਾਨ ਦੀ ਜੇ ਬਜਾਏ ਬੇਈਮਾਨ ਬੋਲਤਾ ਸੀ, ਔਰੰਗਜ਼ੇਬ ਦੇ ਦਰਬਾਰ ਦੇ ਅੰਦਰ ਡਰ ਦੇ ਮਾਰੇ। ਉਹ ਵੱਡੇ ਪੁੱਤਰ ਸੀਗੇ ਬਾਬਾ ਰਾਮ ਰਾਏ ਜੀ, ਜੋ ਬੇਮੁਖ ਕਰ ਦਿੱਤੇ ਗੁਰੂ ਹਰਿਰਾਏ ਸਾਹਿਬ ਨੇ। ਛੋਟੇ ਪੁੱਤਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੀਗੇ, ਜਿਨ੍ਹਾਂ ਨੂੰ 8ਵੀਂ ਥਾਂ ਦੇ ਉੱਤੇ ਗੁਰਤਾ ਗੱਦੀ ਮਿਲੀ ਹੈ। ਰਾਮ ਰਾਏ ਹਰਿ ਕ੍ਰਿਸ਼ਨ ਸੁਹਾਏ। ਰਾਮ ਰਾਏ ਜੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ 2 ਪੁੱਤਰ ਹੋਏ ਨੇ ਗੁਰੂ ਹਰਿਰਾਏ ਸਾਹਿਬ ਦੇ 7ਵੀਂ ਪਾਤਸ਼ਾਹੀ ਦੇ। ਜਗ ਜਨਮੇ ਕੀਰਤਪੁਰ ਮਾਹੀ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੋ ਜਨਮ ਹੈ ਉਹ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੋਇਆ ਹੈ। ਬ੍ਰਿਧੇ ਸਰੀਰ ਸੁਖਦ ਥਲ ਤਾਹੀ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਬਹੁਤਾਤ ਉਮਰ ਕੀਰਤਪੁਰ ਸਾਹਿਬ ਹੀ ਸੰਗਤਾਂ ਨੂੰ ਨਿਹਾਲ ਕੀਤਾ ਬਿਰਧ ਅਵਸਥਾ ਤੱਕ, ਤੇ ਪਾਤਸ਼ਾਹ ਮਹਾਰਾਜ ਜੋਤੀ ਜੋਤ ਵੀ ਉੱਥੇ ਹੀ ਸਮਾਏ ਨੇ। ਸੰਮਤ 3 ਬਿਸੰਤ ਖਟ ਮਾਸ। ਸੱਚੇ ਪਾਤਸ਼ਾਹ ਮਹਾਰਾਜ ਜੀ ਤਕਰੀਬਨ 37 ਕੁ ਸਾਲ ਦਿਵਸ ਚਤੁਰਦਸ ਲੈ ਸੁਖ ਰਾਸ। ਤੇ 4 ਦਿਨ ਉੱਪਰ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਬੈਠੇ ਨੇ। ਗੁਰਤਾ ਗਾਦੀ ਪਰਥਿਤ ਰਹੇ। ਸੱਚੇ ਪਾਤਸ਼ਾਹ ਇੰਨਾ ਲੰਬਾ ਸਮਾਂ ਗੁਰਤਾ ਗੱਦੀ ਤੇ ਸੁਭਾਈਮਾਨ ਰਹੇ ਗੁਰੂ ਹਰਿਰਾਏ ਸਾਹਿਬ ਜੀ। ਸ੍ਰੀ ਹਰਿ ਰਾਏ ਦਾਸ ਦੁਖ ਦਹੇ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਦਾਸਾਂ ਦੇ ਦੁੱਖ ਦੂਰ ਕੀਤੇ। ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਬਹੁਤ ਉਦਾਹਰਣ ਮਿਲਦੇ ਨੇ। ਤੁਸੀਂ ਅੱਜ ਵੀ ਕੀਰਤਪੁਰ ਸਾਹਿਬ ਚਲੇ ਜਾਓ, ਸਭ ਤੋਂ ਪਹਿਲਾ ਦਵਾਖਾਨਾ ਸੀਗਾ ਉਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਦਰ ਦੇ ਉੱਤੇ ਚੱਲਿਆ ਸੀਗਾ। ਜਦੋਂ ਬਾਦਸ਼ਾਹ ਸ਼ਾਹਜਹਾਨ ਨੂੰ ਕਿੱਥੋਂ ਵੀ ਉਹਦੇ ਪੁੱਤਰ ਦਾ ਇਲਾਜ ਦੇ ਲਈ ਜੜੀ ਬੂਟੀ ਨਹੀਂ ਮਿਲ ਰਹੀ ਸੀ, ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਦਰਬਾਰ ਚੋਂ ਮਿਲੀ ਸੀਗੀ। 9 ਮਾਸੇ ਦੀ ਲੌਂਗ ਤੇ ਹਰੜ ਉੱਥੋਂ ਮਿਲੀ ਸੀਗੀ ਪਾਤਸ਼ਾਹ ਦੇ ਦਵਾਖਾਨੇ ਚੋਂ। ਸੋ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਦਰ ਦੇ ਉੱਤੇ ਅੱਜ ਵੀ ਮਹਾਰਾਜ ਦੇ ਪ੍ਰਕਾਸ਼ ਉਤਸਵ ਵਾਲੇ ਦਿਨ ਜਿਹੜਾ ਵਰਲਡ এনवायरमेंट ਡੇ ਮਨਾਇਆ ਜਾਂਦਾ ਹੈ, ਉਸ ਦਿਨ ਪੌਦੇ ਲਗਾਏ ਜਾਂਦੇ ਨੇ। ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਵਾਤਾਵਰਣ ਦੀ ਸ਼ੁੱਧੀ ਦੇ ਲਈ ਤੇ ਪਾਤਸ਼ਾਹ ਮਹਾਰਾਜ ਜੀ ਨੇ ਦਵਾਈਆਂ ਦੇ ਲਈ ਬਹੁਤ ਖਰਚਾ ਗੁਰੂ ਘਰ ਦੇ ਅੰਦਰੋਂ ਧਨ ਦਿੱਤਾ।
ਕਿਉਂਕਿ ਜੋ ਸਿਹਤ ਹੈ ਜੇ ਉਹ ਹੈਲਦੀ ਹੋਏਗੀ ਤਾਂ ਹੀ ਅਸੀਂ ਅੱਗੋਂ ਭਜਨ ਬੰਦਗੀ ਕਰ ਸਕਾਂਗੇ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਦਵਾਖਾਨਾ ਵੀ ਬੜਾ ਪ੍ਰਚਲਿਤ ਹੋਇਆ ਸੰਸਾਰ ਤੇ। ਸੰਮਤ 17 ਸਤ ਅਸ਼ਟਾਦਸ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੰਮਤ 1718 ਦੇ ਤੱਕ ਪਾਤਸ਼ਾਹ ਬਿਕਰਮੀ ਦੇ ਅੰਦਰ ਕਾਤਕ ਬਦ ਨਵਮੀ ਮਹਿ ਸੁਖ ਬਸ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੱਤਕ ਦੀ ਅਸ਼ਟਮੀ ਨੂੰ ਸ੍ਰੀ ਹਰਿ ਕ੍ਰਿਸ਼ਨ ਤਖਤ ਗੁਰ ਆਈ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦੇ ਦਿੱਤੀ। ਉਹ ਗੁਰਤਾ ਗੱਦੀ ਦਾ ਪ੍ਰਸੰਗ ਇਸ ਤਰ੍ਹਾਂ ਹੋਇਆ ਸੀਗਾ, ਸੰਗਤ ਕਾਬਲ ਕੰਧਾਰ ਤੋਂ ਚੱਲ ਕੇ ਆਈ ਸੀ ਗੁਰਦੁਆਰਾ ਕੀਰਤਪੁਰ ਸਾਹਿਬ। ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਕਿ ਸਾਨੂੰ ਇਹ ਦੱਸੋ ਵੀ ਅਗਲੇ ਗੁਰਤਾ ਗੱਦੀ ਤੇ ਕੌਣ ਬੈਠਣਗੇ। ਤੇ ਮਹਾਰਾਜ ਨੇ ਕਿਹਾ ਵੀ ਇਹ ਤਾਂ ਜੋਤੀ ਜੋਤ ਸਮਾਉਣ ਵੇਲੇ ਦੀ ਕਿਰਿਆ ਸੰਗਤ ਦੇ ਨਾਲ ਤਦ ਖੋਲੀ ਜਾਂਦੀ ਹੈ। ਕਿਹਾ ਮਹਾਰਾਜ ਹੁਣ ਅਸੀਂ ਇੰਨੀ ਦੂਰੋਂ ਆਏ ਆ, ਬਲਖ ਬੁਖਾਰੇ ਤੋਂ ਸੰਗਤ ਆਈ ਹੈ, ਹੁਣ ਸਾਡਾ ਪਤਾ ਨਹੀਂ ਵਾਪਸ ਆਣਾ ਹੋਵੇ ਕਿ ਨਾ ਹੋਵੇ, ਨਾਲੇ ਸਾਡੀ ਉਮਰ ਬੜੀ ਬਿਰਧ ਹੋ ਗਈ ਹੈ, ਸਾਨੂੰ ਗੁਰੂ ਨਾਨਕ ਦੀ 8ਵੀਂ ਜੋਤ ਦੇ ਦਰਸ਼ਨ ਕਰਾ ਦਿਓ। ਉਹ ਸਿੱਖ ਮਸੰਦ ਬੜਾ ਸ਼ਰਧਾ ਵਾਲਾ ਸੀ। ਮਹਾਰਾਜ ਨੇ ਉਹਨੂੰ ਇੱਕ ਸੂਈ ਦੇ ਕੇ ਮਹਾਰਾਜ ਕਹਿੰਦੇ ਤੂੰ ਉਸ ਕਮਰੇ ਦੇ ਅੰਦਰ ਚਲਾ ਜਾ ਜਿੱਥੇ ਸਵੇਰੇ ਅੰਮ੍ਰਿਤ ਵੇਲੇ ਬਾਬਾ ਰਾਮ ਰਾਏ ਜੀ ਵੀ ਬਾਣੀ ਪੜ੍ਹ ਰਹੇ ਹੋਣਗੇ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਵੀ ਬਾਣੀ ਪੜ੍ਹ ਰਹੇ ਹੋਣਗੇ। ਤੇ ਜਦੋਂ ਬਾਣੀ ਪੜ੍ਹ ਰਹੇ ਹੋਣਗੇ, ਬਾਣੀ ਪੜਦਿਆਂ ਦੇ ਉੱਤੇ ਜਦੋਂ ਤੂੰ ਅੱਗੇ ਪੀੜਾ ਸਾਹਿਬ ਤੇ ਮੱਥਾ ਟੇਕੇਂਗਾ ਤੇ ਆ ਲੋਹੇ ਦੀ ਜਿਹੜੀ ਸੂਈ ਹੈ ਉਹ ਦੋਨਾਂ ਦੇ ਲੱਕੜ ਦੇ ਪਾਵਿਆਂ ਦੇ ਪੀੜੇ ਦੇ ਅੰਦਰ ਖੋਬੀ। ਜਿਸ ਪੀੜੇ ਦੇ ਅੰਦਰ ਸੂਈ ਖੁੱਭ ਜਾਵੇਗੀ ਉਹ ਗੁਰੂ ਸਾਹਿਬ ਹੋਣਗੇ, ਕਿਉਂਕਿ ਉਹ ਗੁਰਬਾਣੀ ਇੰਨੀ ਨਿਰਮਲਤਾ ਨਾਲ ਪੜ੍ਹ ਰਹੇ ਹੋਣਗੇ ਵੀ ਉੱਥੇ ਦੀ ਲੱਕੜ ਵੀ ਮੋਮ ਹੋ ਜਾਵੇਗੀ। ਕਿਉਂਕਿ ਬਾਣੀ ਪੜ੍ਹਨੇ ਦਾ ਤੇ ਇਹੀ ਅਰਥ ਹੁੰਦਾ ਨਾ ਵੀ ਜਿਹੜੇ ਹਿਰਦੇ ਨੇ ਉਹ ਕੋਮਲ ਹੋ ਜਾਣੇ। ਅੱਜ ਕਈ ਗੁਰਬਾਣੀ ਪੜ੍ਹਦੇ ਨੇ, ਗੁਰਬਾਣੀ ਪੜ੍ਹਨ ਤੋਂ ਵੇਲੇ ਜ਼ਿਆਦਾ ਘਰ 'ਚ ਕਲੇਸ਼ ਕਰਦੇ ਨੇ। ਗੁਰਬਾਣੀ ਤਾਂ ਗੁਰੂ ਸਾਹਿਬ ਨੇ ਉਚਾਰੀ ਸੀਗੀ ਵੀ ਹਿਰਦਾ ਕੋਮਲ ਹੋਵੇ। ਗੁਰਬਾਣੀ ਪੜ੍ਹਨ ਦਾ ਭਾਵ ਅਰਥ ਹੈ ਵੀ ਜਿੰਨੀ ਅਸੀਂ ਗੁਰਬਾਣੀ ਪੜ੍ਹੀਏ ਮਨ ਨਿਰਮਲ ਹੋਵੇ। ਜੀਉ ਮੈਲੇ ਬਾਹਰੋਂ ਨਿਰਮਲ, ਜੇ ਜੀ ਅੰਦਰੋਂ ਮੈਲੇ ਹੋਈਏ ਬਾਹਰੋਂ ਨਿਰਮਲ ਹੋਈਏ ਫਿਰ ਉਹ ਗੁਰਬਾਣੀ ਪੜ੍ਹੇ ਦਾ ਅਸਰ ਨਹੀਂ। ਗੁਰਬਾਣੀ ਪੜ੍ਹੇ ਦਾ ਅਸਰ ਤਾਂ ਉਹ ਹੈ ਜੀਉ ਨਿਰਮਲ ਬਾਹਰੋਂ ਨਿਰਮਲ, ਤੇ ਉਹ ਜਿਹੜੀ ਅੰਦਰੋਂ ਵੀ ਨਿਰਮਲਤਾ ਹੀ ਆ ਜਾਵੇ ਤੇ ਬਾਹਰੋਂ ਵੀ ਨਿਰਮਲ ਹੋ ਜਾਵੇ, ਉਸ ਨੂੰ ਗੁਰਬਾਣੀ ਪੜ੍ਹਨਾ ਕਹਿੰਦੇ ਨੇ। ਸੋ ਰਹੋ ਵਿਚਾਰ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਬਾਬਾ ਰਾਮ ਰਾਏ ਜੀ ਦੋਨੋਂ ਗੁਰਬਾਣੀ ਦਾ ਪਾਠ ਕਰ ਰਹੇ ਸੀਗੇ ਤੇ ਆ ਕੇ ਉਹ ਸ਼ਰਧਾ ਵਾਲੇ ਸਿੱਖ ਨੇ ਪਹਿਲੇ ਬਾਬਾ ਰਾਮ ਰਾਏ ਜੀ ਜਿੱਥੇ ਬਾਣੀ ਪੜ੍ਹ ਰਹੇ ਸੀ ਮੱਥਾ ਟੇਕਿਆ। ਸੂਈ ਲਈ ਪਾਵੇ ਦੇ ਅੰਦਰ ਖਬੋਈ ਤੇ ਸੂਈ ਨਹੀਂ ਗਈ ਅੰਦਰ। ਫਿਰ ਮੱਥਾ ਟੇਕ ਕੇ ਦੂਸਰੇ ਪਾਸੇ ਗੁਰੂ ਹਰਕ੍ਰਿਸ਼ਨ ਸਾਹਿਬ ਪੰਘੂੜੇ ਦੇ ਉੱਤੇ ਗੁਟਕਾ ਸਾਹਿਬ ਪ੍ਰਕਾਸ਼ ਕਰਕੇ ਬਾਣੀ ਇੱਕ ਚਿੱਤ ਇਕਾਗਰ ਹੋ ਕੇ ਪੜ੍ਹ ਰਹੇ ਸੀ। ਗੁਰੂ ਕੇ ਸ਼ਰਧਾ ਵਾਲੇ ਸਿੰਘ ਨੇ ਉੱਥੇ ਪੀੜਾ ਸਾਹਿਬ ਦੇ ਅੰਦਰ ਸੂਈ ਖਬੋਈ ਤੇ ਲੋਹੇ ਦੀ ਸੂਈ ਲੱਕੜ ਦੇ ਪਾਵੇ ਦੇ ਅੰਦਰ ਮੋਮ ਦੀ ਤਰ੍ਹਾਂ ਧੱਸ ਗਈ ਤੇ ਉਹ ਜਾਣ ਗਿਆ ਵੀ ਗੁਰੂ ਹਰਕ੍ਰਿਸ਼ਨ ਸਾਹਿਬ 8ਵੇਂ ਪਾਤਸ਼ਾਹ ਗੁਰਬਾਣੀ ਇਸ ਤਰ੍ਹਾਂ ਪੜ੍ਹ ਰਹੇ ਨੇ ਕਿ ਲੱਕੜ ਵੀ ਮੋਮ ਹੋ ਗਈ ਹੈ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ 8ਵੀਂ ਪਾਤਸ਼ਾਹੀ ਜਾਣ ਕੇ ਸ਼ਰਧਾ ਨਾਲ ਮੱਥਾ ਟੇਕਿਆ ਤੇ ਆ ਕੇ ਗੁਰੂ ਹਰਿਰਾਏ ਸਾਹਿਬ ਨੂੰ ਗੁਪਤ ਬਚਨ ਪ੍ਰਗਟ ਕੀਤੇ। ਬੈਠੇ ਸਿਸ ਅਤ ਬੈਸ ਸੁਹਾਈ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਬਹੁਤ ਬਾਲਕ ਅਵਸਥਾ ਦੇ ਅੰਦਰ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਨੂੰ ਗੁਰਤਾ ਗੱਦੀ ਤੇ ਸੁਭਾਇਮਾਨ ਕੀਤਾ 5 ਸਾਲ ਦੀ ਉਮਰ ਦੇ ਅੰਦਰ। ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਕੀਰਤਪੁਰ ਸਾਹਿਬ ਵੀ ਗੁਰਤਾ ਗੱਦੀ ਤੇ ਸੁਭਾਇਮਾਨ ਹੋਏ। ਤੇ ਜਦੋਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਗੁਰਤਾ ਗੱਦੀ ਤੇ ਸੁਭਾਇਮਾਨ ਹੋਏ ਨੇ ਤੇ ਸੰਗਤਾਂ ਨੂੰ ਮਹਾਰਾਜ ਦਾ ਨਾਮ ਹੀ ਦੁਖ ਭੰਜਨ ਸਤਿਗੁਰੂ ਰੱਖਤਾ ਸੀਗਾ, ਬਾਲਾ ਪ੍ਰੀਤਮ ਜੀ ਦਾ। ਕਿਉਂਕਿ ਗੁਰੂ ਹਰਕ੍ਰਿਸ਼ਨ ਸਾਹਿਬ ਜਦੋਂ ਦਿੱਲੀ ਵੱਲ ਨੂੰ ਚਾਲਾ ਮਾਰਿਆ ਔਰੰਗਜ਼ੇਬ ਦੀ ਚਿੱਠੀ ਆਉਣ ਤੋਂ ਬਾਅਦ ਰਸਤੇ ਦੇ ਅੰਦਰ ਕੀਰਤਪੁਰ ਸਾਹਿਬ ਤੋਂ ਚੱਲੇ ਇੱਕ ਕੋੜੀ ਮਿਲਿਆ ਅੱਗੋਂ ਤੇ ਮਹਾਰਾਜ ਨੂੰ ਕੁਝ ਸਿੱਖਾਂ ਨੇ ਪਾਲਕੀ ਸਾਹਿਬ ਦੇ ਅੰਦਰ ਬਿਠਾ ਕੇ ਲੈ ਕੇ ਜਾ ਰਹੇ ਸੀਗੇ ਤੇ ਅੱਗੋਂ ਕੋੜੀ ਸਾਹਮਣੇ ਆ ਗਿਆ ਪਾਲਕੀ ਸਾਹਿਬ ਦੇ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਅੰਤਰਯਾਮੀ ਪਾਤਸ਼ਾਹ 5 ਸਾਲ ਦੀ ਉਮਰ ਮਹਾਰਾਜ ਨੇ ਆਪਣਾ ਖੀਸੇ ਚੋਂ ਰੁਮਾਲ ਕੱਢ ਕੇ ਕਿਹਾ ਕੋੜੀ ਨੂੰ ਕਹੋ ਮੂਲ ਮੰਤਰ ਦਾ ਪਾਠ ਕਰਾ ਕੇ ਆਪਣੇ ਕੋੜ ਦੇ ਉੱਤੇ ਲਾ ਲਵੇ, ਕੋੜ ਦੂਰ ਹੋ ਜਾਵੇਗਾ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਬਾਲਾ ਪ੍ਰੀਤਮ ਜੀ ਨੇ ਜਿਨ੍ਹਾਂ ਦੇ ਬਾਰੇ 10ਵੇਂ ਪਾਤਸ਼ਾਹ ਨੇ ਚੰਡੀ ਦੀ ਵਾਰ ਦੇ ਅੰਦਰ ਪਹਿਲੀ ਪੌੜੀ ਦੇ ਅੰਦਰ ਲਿਖਿਆ ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਜਿਹੜਾ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਪ੍ਰੇਮ ਦੇ ਨਾਲ ਧਿਆ ਲੈਂਦਾ ਹੈ ਉਹਦੇ ਸਾਰੇ ਦੁੱਖ ਤੇ ਦਰਦ ਦੂਰ ਹੋ ਜਾਂਦੇ ਨੇ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦਿਆਲੂ ਕਿਰਪਾਲੂ ਸਤਿਗੁਰੂ ਨੇ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਜੋ ਯਾਦ ਕਰਕੇ ਉਹ ਕੋੜੀ ਨੇ ਰੁਮਾਲ ਆਪਣੇ ਸਰੀਰ ਤੇ ਮੱਲਿਆ ਤੇ ਉਹਦੇ ਸਰੀਰ ਤੋਂ ਸਾਰਾ ਹੀ ਕੋੜ ਦੂਰ ਹੋ ਗਿਆ। ਦੂਸਰਾ ਸਾਡੇ ਕੋਲ ਸਭ ਤੋਂ ਵੱਡਾ ਉਦਾਹਰਣ ਗੁਰਦੁਆਰਾ ਪੰਜੋਖੜਾ ਸਾਹਿਬ ਦਾਸ ਅੰਬਾਲੇ ਤੋਂ ਹੀ ਹੈ। ਅੰਬਾਲਾ ਹਰਿਆਣਾ ਦੇ ਅੰਦਰ ਆਂਦਾ ਹੈ।
ਗੁਰਦੁਆਰਾ ਪੰਜੋਖੜਾ ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਅੱਗੇ ਇੱਕ ਹੰਕਾਰੀ ਪੰਡਤ ਸੀ ਲਾਲ ਚੰਦ। ਉਹਨੇ ਕਿਹਾ, ਮਹਾਰਾਜ ਤੁਸੀਂ ਨਾਮ ਤਾਂ ਹਰੀ ਕ੍ਰਿਸ਼ਨ ਰਖਵਾ ਲਿਆ ਤੇ ਸਾਡੇ ਗੁਰੂ ਦਾ ਨਾਮ ਕ੍ਰਿਸ਼ਨ ਹੈ, ਭਗਵਾਨ ਕ੍ਰਿਸ਼ਨ ਹੈ, ਹੁਣ ਤੁਸੀਂ ਗੀਤਾ ਦੇ ਅਰਥ ਕਰਕੇ ਦਿਖਾਓ। ਗੁਰੂ ਸਾਹਿਬ ਨੇ ਬੜੀ ਨਿਮਰਤਾ ਦੇ ਨਾਲ ਲਾਲ ਚੰਦ ਪੰਡਤ ਨੂੰ ਕਿਹਾ, ਪੰਡਤ ਜੀ ਜੇ ਅਸੀਂ ਅਰਥ ਕਰ ਦਿੱਤੇ ਭਗਵਤ ਗੀਤਾ ਜੀ ਦੇ ਪਾਕ ਗ੍ਰੰਥ ਦੇ, ਤੇ ਤੁਸੀਂ ਜਾਣੋਗੇ ਕਿ ਗੀਤਾ ਦੇ ਅਰਥ ਤਾਂ ਤੁਸੀਂ ਆਪਣੇ ਵੱਡੇ ਗੁਰੂਆਂ ਤੋਂ ਸਿੱਖ ਲਏ ਹੋਣੇ। ਤੁਸੀਂ ਪੂਰੇ ਪੰਜੋਖਰੇ ਨਗਰ ਦੇ ਅੰਦਰੋਂ ਕਿਸੇ ਨੂੰ ਲੱਭ ਕੇ ਲਿਆਓ ਜੋ ਗੀਤਾ ਦੇ ਅਰਥ ਨਹੀਂ ਜਾਣਦਾ ਹੋਵੇ, ਅਸੀਂ ਅਰਥ ਉਸ ਤੋਂ ਕਰਾ ਦੇਵਾਂਗੇ। ਤੇ ਪੰਡਤ ਲਾਲ ਚੰਦ ਦੀ ਇੱਕ ਗੂੰਗੇ ਤੇ ਬੋਲੇ ਵਿਅਕਤੀ ਨੂੰ ਛੱਜੂ ਝੀਵਰ ਜਿਸ ਦਾ ਨਾਮ ਸੀ, ਉਸ ਨੂੰ ਲੈ ਕੇ ਆਂਦਾ ਹੈ। ਜਦੋਂ ਪੰਡਤ ਲੈ ਕੇ ਆਂਦਾ ਹੈ ਸ਼ਰਾਰਤ ਦੇ ਨਾਲ, ਵੀ ਗੂੰਗਾ ਤੇ ਬੋਲਾ ਪੜ੍ਹ ਨਹੀਂ ਸਕਦਾ, ਗੁਰੂ ਹਰਕ੍ਰਿਸ਼ਨ ਸਾਹਿਬ ਦੀ ਕਰਾਮਾਤ ਨੂੰ ਨਹੀਂ ਜਾਣਦਾ। ਸੱਚੇ ਪਾਤਸ਼ਾਹ ਗੁਰੂ ਨਾਨਕ ਦੀ 8ਵੀਂ ਜੋਤ ਨੇ, ਸਰਬ ਕਲਾ ਸਮਰੱਥ ਨੇ ਪਾਤਸ਼ਾਹ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਪ੍ਰੇਮ ਨਾਲ ਫੁੱਲਾਂ ਦੀ ਛੜੀ ਉਸ ਛੱਜੂ ਝੀਵਰ ਦੇ ਉੱਤੇ, ਛੱਜੂ ਉਸ ਦਾ ਨਾਮ ਸੀ, ਝੀਵਰ ਉਸ ਨੂੰ ਕਹਿੰਦੇ ਨੇ ਜੋ ਪਾਣੀ ਢੋਂਦਾ ਕਿਸੇ ਦਾ। ਉਹ ਪੂਰੇ ਪੰਜੋਖੜੇ ਨਗਰ ਦੇ ਅੰਦਰ ਅਮੀਰ ਲੋਕਾਂ ਦੇ ਘਰ ਪਾਣੀ ਢੋਇਆ ਕਰਦਾ ਸੀ। ਤੇ ਮਹਾਰਾਜ ਨੇ ਉਸ ਦੇ ਸੀਸ ਦੇ ਉੱਤੇ ਪ੍ਰੇਮ ਭਰੀ ਆਪਣੀ ਛੜੀ ਰੱਖੀ ਤੇ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ। ਤੇ ਉਹ ਗੂੰਗਾ ਤੇ ਬੋਲਾ ਮਹਾਰਾਜ ਕਹਿੰਦੇ, ਪੰਡਤ ਜੀ ਇਹ ਅਰਥ ਕਰੇਗਾ, ਪੋਥੀ ਤੁਸੀਂ ਪੜੋ। ਤੇ ਜਿਸ ਤਰ੍ਹਾਂ ਸਿੰਘ ਸਾਹਿਬ ਬੈਠੇ ਨੇ ਉਹ ਵੀ ਸੱਜ ਕੇ ਬਹਿ ਗਏ ਪੰਡਤ ਜੀ। ਤੇ ਉਹ ਗੂੰਗਾ ਤੇ ਬੋਲਾ ਜਿਹੜਾ ਛੱਜੂ ਝੀਵਰ ਸੀ, ਗੁਰੂ ਹਰਕ੍ਰਿਸ਼ਨ ਸਾਹਿਬ ਨੇ ਬਖਸ਼ਿਸ਼ਾਂ ਦਾ ਘਰ ਬਣਾ ਦਿੱਤਾ। ਤੇ ਪੰਡਤ ਜੀ ਸੰਸਕ੍ਰਿਤ ਦੇ ਅੰਦਰ ਭਾਗਵਤ ਗੀਤਾ ਪੜ੍ਹ ਰਹੇ ਨੇ ਤੇ ਉਹ ਅਰਥ ਕਰ ਰਿਹਾ। ਅਰਥ ਕਰਦੇ 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 8ਵੇਂ 9ਵੇਂ ਸੂਤਰ ਤੇ ਪਹੁੰਚੇ ਤੇ ਪੰਡਤ ਜੀ ਹੈਰਾਨ ਹੋ ਰਹੇ ਨੇ ਅੰਦਰੋਂ, ਕਿਉਂਕਿ ਧਿਆਨ ਟੁੱਟ ਗਿਆ ਨਾ, ਗੂੰਗਾ ਤੇ ਬੋਲਾ ਬੋਲ ਕਿਸ ਤਰ੍ਹਾਂ ਰਿਹਾ। ਤੇ ਪੰਕਤੀ ਪੜ੍ਹਦੇ ਪੜ੍ਹਦੇ ਪੰਡਤ ਜੀ ਅਸ਼ੁੱਧ ਪੰਕਤੀ ਪੜ੍ਹ ਗਏ। ਉਸੇ ਵੇਲੇ ਛੱਜੂ ਝੀਵਰ ਬੋਲੇ, ਪੰਡਤ ਜੀ ਸੂਤਰ ਠੀਕ ਪੜੋ, ਸੂਤਰ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੈ। ਉੱਥੇ ਪੰਡਤ ਲਾਲ ਚੰਦ ਨੇ ਪੋਥੀ ਨੂੰ ਸੰਤੋਖ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਆਪਣੇ ਹੰਕਾਰ ਨੂੰ ਉੱਥੇ ਤੋੜ ਕੇ ਮੱਥਾ ਟੇਕਿਆ, ਕਿਹਾ ਮਹਾਰਾਜ ਮੇਰੇ ਤੋਂ ਗਲਤੀ ਹੋ ਗਈ, ਮੈਂ ਆਪ ਜੀ ਦੀ ਕਰਾਮਾਤ ਨੂੰ ਜਾਣ ਨਾ ਸਕਿਆ। ਸੋ ਖਾਲਸਾ ਜੀ, ਉਹ ਪੰਜੋਖੜੇ ਨਗਰ ਦੇ ਅੰਦਰ ਉਹ ਮਹਾਨ ਨਗਰ ਹੈ ਪੰਜੋਖਰਾ ਸਾਹਿਬ, ਜਿੱਥੇ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਜੇ 26 ਕਥਾਵਾਂ ਕੀਤੀਆਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਸੰਪੂਰਨ। ਪਹਿਲੀ ਕਥਾ ਸੰਤਾਂ ਨੇ ਮਹਾਂਪੁਰਸ਼ਾਂ ਨੇ ਸ੍ਰੀ ਪੰਜੋਖੜਾ ਸਾਹਿਬ ਦੀ ਧਰਤੀ ਤੇ ਕੀਤੀ ਸੀ। ਖਾਲਸਾ ਜੀ, ਦਾਸ ਆਪਣੇ ਬੜੇ ਵੱਡੇ ਭਾਗ ਸਮਝਦਾ ਹੈ। ਪੰਜੋਖੜਾ ਸਾਹਿਬ ਉਹ ਧਰਤੀ ਹੈ ਜਿੱਥੇ ਦਾਸ ਦੇ ਸਾਹਮਣੇ ਵੱਡੇ ਵੱਡੇ ਨਾ ਬੋਲਣ ਵਾਲੇ ਵਿਅਕਤੀ, ਨਾ ਦੇਖਣ ਵਾਲੇ ਵਿਅਕਤੀ ਗੁਰਦੁਆਰਾ ਪੰਜੋਖੜਾ ਸਾਹਿਬ ਦੇ ਅੰਦਰੋਂ ਅਰੋਗ ਹੋ ਕੇ ਜਾਂਦੇ ਨੇ। ਵੱਡੇ ਮਹਾਂਪੁਰਖਾਂ ਨੇ ਆਪਣੇ ਕੋਈ ਵੀ ਜਿਹੜਾ ਵਿਦਿਆਰਥੀ ਕਥਾ ਲਈ ਤਿਆਰ ਕਰਨਾ, ਮਹਾਂਪੁਰਖਾਂ ਨੇ ਪਹਿਲੀ ਕਥਾ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰਬਾਰ ਤੋਂ ਕਰਵਾਉਣੀ। ਦਾਸ ਦੇ ਵਿਦਿਆ ਗੁਰੂ ਗਿਆਨੀ ਸ਼ੇਰ ਸਿੰਘ ਜੀ ਵੀ ਉਹੀ ਮਰਿਆਦਾ ਨੂੰ ਨਿਭਾਉਂਦੇ ਰਹੇ ਤੇ ਉਹ ਵੀ ਆਪਣੇ ਵਿਦਿਆਰਥੀ ਕੋਈ ਵੀ ਤਿਆਰ ਕਰਦੇ ਤੇ ਪਹਿਲਾ ਹੀ ਕਥਾ ਜਿਹੜੀ ਸੀਗੀ ਉਹ ਪੰਜੋਖਰਾ ਸਾਹਿਬ ਦੀ ਧਰਤੀ ਤੋਂ ਕਰਾਉਂਦੇ। ਉਹਦਾ ਕਾਰਨ ਇਹ ਹੀ ਸੀਗਾ ਵੀ ਗੁਰੂ ਹਰਕ੍ਰਿਸ਼ਨ ਸਾਹਿਬ, ਅਸੀਂ ਗੂੰਗੇ ਤੇ ਬੌਲੇ ਆ, ਤੁਹਾਡੇ 10 ਪਾਤਸ਼ਾਹੀਆਂ ਦਾ ਗੁਰੂ ਗ੍ਰੰਥ ਸਾਹਿਬ ਦਾ ਜਸ ਨਹੀਂ ਗਾ ਸਕਦੇ, ਤੁਸੀਂ ਕਿਰਪਾ ਲਈ ਛੜੀ ਰੱਖੋ। ਜਿਸ ਤਰ੍ਹਾਂ ਤੁਸੀਂ ਛੱਜੂ ਝੀਵਰ ਤੋਂ ਅਰਥ ਕਰਾਏ ਨੇ ਮਹਾਰਾਜ, ਸਾਡੇ ਤੋਂ ਵੀ ਅਰਥ ਕਰਾਓ ਗੁਰਬਾਣੀ ਦੇ। ਦਾਸ ਨੇ ਕਈ ਵਾਰੀ ਉੱਥੇ ਹਾਜ਼ਰੀ ਭਰੀ ਹੈ, ਬੜੀ ਕਿਰਪਾ ਵਾਲਾ ਸਥਾਨ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਖਾਲਸਾ ਜੀ ਉੱਥੇ ਪੁਰਾਤਨ 3 ਨਿਸ਼ਾਨੀਆਂ ਨੇ। ਜਦੋਂ ਤੁਹਾਡਾ ਜਾਣ ਦਾ ਸਮਾਂ ਬਣੇ ਤੇ ਜ਼ਰੂਰ ਦਰਸ਼ਨ ਕਰਨਾ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਜਦੋਂ ਅੰਬਾਲੇ ਤੋਂ ਚੱਲਣ ਲੱਗੇ ਪੰਜੋਖਰੇ ਨਗਰ ਤੋਂ ਦਿੱਲੀ ਵੱਲ ਨੂੰ, ਸੱਚੇ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਸੰਗਤ ਬਹੁਤ ਦਰਸ਼ਨ ਕਰਨ ਆ ਰਹੀ ਸੀ ਤੇ ਮਹਾਰਾਜ ਨੂੰ ਸੰਗਤ ਨੇ ਬਾਰ-ਬਾਰ ਕਹਿਣਾ, ਮਹਾਰਾਜ ਇੱਕ ਦਿਨ ਹੋਰ ਰੁਕ ਜਾਓ, ਇੱਕ ਦਿਨ ਪੰਜੋਖਰੇ ਨਗਰ ਹੋਰ ਰੁਕ ਜਾਓ। ਇਸ ਤਰ੍ਹਾਂ ਪਰ ਦਿੱਲੀ ਜਾਣ ਨੂੰ ਮਹਾਰਾਜ ਜੀ ਦਾ ਸਮਾਂ ਵੱਧ ਹੋ ਰਿਹਾ ਸੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਕਾਨਾ ਲਿਆ। ਕਾਨਾ ਸਮਝਦੇ ਹੋ ਵੀ ਡੱਕਾ ਲਿਆ ਇੱਕ ਵੱਡਾ ਜਿਹਾ, ਤੇ ਮਹਾਰਾਜ ਨੇ ਰੇਤਾ ਇਕੱਠਾ ਕਰਕੇ ਨਾ ਉਹਦੇ ਅੰਦਰ ਲਾਣ ਲੱਗ ਪਏ। ਜਿਹੜੇ ਤਾਂ ਮੇਰੇ ਵਰਗੇ ਸੀਗੇ ਉਹ ਕਹਿਣ ਲੱਗ ਪਏ ਵੀ ਗੁਰੂ ਸਾਹਿਬ ਦੀ ਉਮਰ 5 ਸਾਲ ਹੈ, ਖੇਡਣ ਲੱਗ ਪਏ ਰੇਤ ਨਾਲ। ਪਰ ਮਹਾਰਾਜ ਨੇ ਕਿਹਾ ਵੀ ਜਿਹੜਾ ਸੀ ਇਹ ਕਾਨਾ ਗੱਡਿਆ ਉਹਦੇ ਤੇ ਕੇਸਰੀ ਵਸਤਰ ਬੰਨ੍ਹ ਕੇ ਮਹਾਰਾਜ ਨੇ ਕਿਹਾ ਬਈ ਇਹ ਵਸਤਰ ਨਿਸ਼ਾਨ ਸਾਹਿਬ ਹੋਵੇਗਾ, ਜਿਹੜਾ ਇਹਦੇ ਦਰਸ਼ਨ ਕਰੇਗਾ ਉਹ ਸਾਡੇ ਦਰਸ਼ਨ ਹੋਣਗੇ। ਆਖਣਾ ਕਰੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਨਿਸ਼ਾਨ ਸਾਹਿਬ ਪੰਜੋਖਰਾ ਸਾਹਿਬ ਅੱਜ ਵੀ ਦਰਬਾਰ ਦੇ ਅੰਦਰ ਮੌਜੂਦ ਹੈ, ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਲਾਇਆ ਸੀਗਾ। ਸੋ ਰਹੋ ਵਿਚਾਰ। ਦੂਸਰੀ ਪਾਤਸ਼ਾਹ ਦੀ ਨਿਸ਼ਾਨੀ ਸੀ, ਮਹਾਰਾਜ ਨੇ ਉੱਥੇ ਇੱਕ ਛੱਪੜੀ ਸੀਗੀ, ਉੱਥੇ ਮਹਾਰਾਜ ਨੇ ਵਰ ਦਿੱਤਾ ਵੀ ਜੋ ਵੀ ਇਸ ਸਥਾਨ ਦੇ ਉੱਤੇ ਇਸ਼ਨਾਨ ਕਰੇਗਾ
ਜਪਜੀ ਸਾਹਿਬ ਦਾ ਪਾਠ ਕਰਕੇ 5 ਐਤਵਾਰ ਇਸ਼ਨਾਨ ਕਰੇਗਾ। ਹੁਣ ਪਿੱਛੇ ਇੱਕ ਬੇਟੀ ਦੀ ਵੀਡੀਓ ਆਈ ਹੈ 2 ਹਫ਼ਤੇ ਪਹਿਲਾਂ ਸੋਸ਼ਲ ਮੀਡੀਆ ਤੇ। ਉਹ ਲੜਕੀ ਬੋਲ ਨਹੀਂ ਸਕਦੀ ਸੀ, ਉਸਦੀ ਮਾਤਾ ਨੇ ਕਿਹਾ ਵੀ ਮੈਂ ਇੱਥੇ ਆ ਕੇ ਇਸ਼ਨਾਨ ਕਰਾਇਆ, ਬੋਲ ਨਹੀਂ ਦੇਖ ਨਹੀਂ ਸਕਦੀ ਸੀ। ਉਹ ਵੀਡੀਓ ਵੀ ਬਹੁਤ ਵਾਇਰਲ ਹੋਈ। ਗੁਰੂ ਹਰਕ੍ਰਿਸ਼ਨ ਸਾਹਿਬ ਪੰਜੋਖਰਾ ਸਾਹਿਬ ਵਾਲੇ ਬਾਬਾ ਜੀ ਬਾਲਾ ਪ੍ਰੀਤਮ ਜੀ ਨੇ ਰੋਕ ਕੀਤੀ। ਬਾਬਾ ਰਾਮ ਸਿੰਘ ਜੀ ਜਿਨ੍ਹਾਂ ਨੇ ਕਿਸਾਨੀ ਮੋਰਚੇ ਦੇ ਅੰਦਰ ਸ਼ਹੀਦੀ ਪਾਈ ਹੈ, ਉਹਨਾਂ ਦੀ ਵੀ ਰਸਨਾ ਦੇ ਅੰਦਰੋਂ ਬਚਨ ਚਲੇ ਗਏ ਸੀਗੇ। ਉਹਨਾਂ ਨੇ 101 ਅਖੰਡ ਪਾਠ ਸਾਹਿਬ ਪੰਜੋਖਰਾ ਸਾਹਿਬ ਦੀ ਧਰਤੀ ਤੇ ਰਖਵਾਏ। ਮੂੰਹ ਚੋਂ ਆਵਾਜ਼ ਚਲੀ ਗਈ ਸੀ, ਡਾਕਟਰਾਂ ਨੇ ਕਿਹਾ ਹੁਣ ਬੋਲ ਨਹੀਂ ਸਕਦੇ ਹੋ। ਉਹਨਾਂ ਨੇ ਕਿਹਾ ਸਾਡੇ ਕੋਲ ਇੱਕ ਵੈਦ ਹੈਗਾ, ਮੇਰਾ ਵੈਦ ਗੁਰੂ ਗੋਬਿੰਦਾ। ਇਹ ਬਚਨ ਤੇ ਦਾਸ ਨੇ ਆਪਣੀ ਅੱਖੀ ਦੇਖਿਆ, ਜਿਹੜਾ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਿਆ। ਤੇ 101 ਪਾਠਾਂ ਦੇ ਭੋਗ ਤੋਂ ਬਾਅਦ ਹੁਕਮਨਾਮਾ ਸਾਹਿਬ ਗ੍ਰੰਥੀ ਸਾਹਿਬ ਨੇ ਲਿਆ। ਇਹ ਗੱਲ ਖਾਲਸਾ ਜੀ 2019 ਦੀ ਹੈ, ਜਨਵਰੀ ਮਹੀਨੇ ਦੀ। ਤੇ ਜਦੋਂ ਹੁਕਮਨਾਮਾ ਸਾਹਿਬ ਲਿਆ, ਗ੍ਰੰਥੀ ਸਾਹਿਬ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬਚਨ ਕਹਿੰਦੇ ਨੇ ਬਈ ਹੁਣ ਸਾਰੀ ਸੰਗਤ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ ਤੇ ਸਾਰੇ ਆਖਣਾ ਕਰੋ ਜੀ ਪ੍ਰੇਮ ਦੇ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਹੁੰਦਾ। ਤੇ ਬਾਬਾ ਰਾਮ ਸਿੰਘ ਜੀ ਵੀ ਸੰਗਤ ਦੀ ਪ੍ਰਸ਼ਾਦ ਲਿਆ ਤੇ ਸਤਨਾਮ ਵਾਹਿਗੁਰੂ ਕਹਿ ਕੇ ਮੂੰਹ ਚ ਪਾਇਆ ਤੇ ਬਾਬਾ ਜੀ ਦੀ ਰਸਨਾ ਦੇ ਅੰਦਰ ਬੋਲ ਆ ਗਏ। ਤੇ ਉਸ ਦਿਨ ਜਿਸ ਦਿਨ ਉਹਨਾਂ ਨੇ ਕੀਰਤਨ ਕੀਤਾ ਦਾਸ, ਉਸੇ ਦਿਨ ਉਸ ਤੋਂ ਅਗਲੇ ਸ਼ਨੀਵਾਰ ਦਾ ਦਿਨ ਸੀ, ਐਤਵਾਰ ਬਾਬਾ ਜੀ ਨੇ ਕੀਰਤਨ ਕੀਤਾ, ਜਿੱਤੇ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਸੀ। ਖਾਲਸਾ ਜੀ ਅਸੀਂ ਇਹ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਨੂੰ ਭੁੱਲੀਏ ਨਾ। ਸੱਚੇ ਪਾਤਸ਼ਾਹ ਮਹਾਰਾਜ ਦੇ ਅੰਦਰ ਜੋ ਕਰਾਮਾਤ ਹੈ ਉਸ ਨੂੰ ਪ੍ਰਾਪਤ ਹੁੰਦੀ ਹੈ ਜਿਹੜਾ ਮਨ ਨੀਵਾ ਕਰਕੇ ਜਾਂਦਾ। ਜਿਹੜਾ ਵੀ ਗੁਰੂ ਘਰ ਦੇ ਅੰਦਰ ਮਨ ਨੀਵਾ ਕਰਕੇ ਆਏਗਾ ਉਸ ਨੂੰ ਹਰ ਇੱਕ ਵਸਤੂ ਦੀ ਪ੍ਰਾਪਤੀ ਹੋਵੇਗੀ। ਉਹ ਜਿਹੜੀ ਲੁਧਿਆਣੇ ਦੀ ਬੇਟੀ ਦਾ ਮੈਂ ਕੇਸ ਆਪ ਜੀ ਨੂੰ ਪਰਸੋਂ ਸ਼ੁੱਕਰਵਾਰ ਵੀ ਦੱਸਿਆ, ਬੋਨ ਕੈਂਸਰ ਸੀਗਾ, ਉਹਦੀ ਮਾਤਾ ਨੇ ਕਿਹਾ ਕਿਤੋਂ ਨਹੀਂ ਆਰਾਮ ਆ ਰਿਹਾ ਸੀ। ਗੁਰੂ ਰਾਮਦਾਸ ਮਹਾਰਾਜ ਜੀ ਦੇ ਸਰੋਵਰ ਦੇ ਅੰਦਰ ਇਸ਼ਨਾਨ ਕੀਤਾ ਤੇ ਉਹ ਬੇਟੀ ਅਰੋਗ ਹੋ ਗਈ। ਖਾਲਸਾ ਜੀ ਕਿੰਨੀ ਬਖਸ਼ਿਸ਼ ਹੈ ਗੁਰੂ ਦੀ ਕਿ ਗੁਰੂ ਦੇ ਸਰੋਵਰਾਂ ਦੇ ਅੰਦਰ ਇਸ਼ਨਾਨ ਕਰਨ ਦੇ ਨਾਲ, ਗੁਰੂ ਦੇ ਦਰਸ਼ਨ ਕਰਨ ਦੇ ਨਾਲ ਇੰਨਾ ਮਹਾਤਮ ਮਿਲਦਾ ਹੈ। ਜੇ ਅਸੀਂ ਗੁਰੂ ਕੀ ਬਾਣੀ ਪੜ੍ਹੀਏ ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਰੋੜਾਂ ਜਨਮਾਂ ਦੇ ਤੇਰੇ ਪਾਪ ਨਾਸ਼ ਹੋ ਜਾਣਗੇ। ਸੋ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਾਲਾ ਪ੍ਰੀਤਮ ਜੀ, ਜਿੱਥੇ ਸੱਚੇ ਪਾਤਸ਼ਾਹ ਨੇ ਕੋੜੀਆਂ ਦੇ ਕੋੜ ਦੂਰ ਕੀਤੇ, ਗੂੰਗਿਆਂ ਨੂੰ ਬੁਲਵਾਇਆ, ਦਿੱਲੀ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਮਹਾਰਾਜ ਜੀ ਨੇ ਚੇਚਕ ਦਾ ਰੋਗ ਹੀ ਦੂਰ ਕਰ ਦਿੱਤਾ ਤੇ ਸਤਿਗੁਰਾਂ ਦਾ ਨਾਮ ਹੀ ਪੈ ਗਿਆ ਬਾਲਾ ਪ੍ਰੀਤਮ ਦੁਖ ਭੰਜਨ ਸਤਿਗੁਰੂ। ਦਿੱਲੀ ਮਹਿਕਮ ਨੇ ਕਿਸ ਹੇਤ। ਸੱਚੇ ਪਾਤਸ਼ਾਹ ਜੀ ਜਦੋਂ ਦਿੱਲੀ ਵਿਖੇ ਪਹੁੰਚੇ, ਉੱਥੇ ਕਰੋੜੋਂ ਹੀ ਚੇਚਕ ਦੇ ਰੋਗੀ ਆ ਗਏ। ਮਹਾਰਾਜ ਨੇ ਸਾਰਾ ਚੇਚਕ ਦਾ ਰੋਗ ਆਪਣੇ ਉੱਤੇ ਲੈ ਕੇ ਸਤਿਗੁਰੂ ਸੱਚਖੰਡ ਬਿਆਨਾ ਕੀਤਾ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਸੰਗਤ ਨੂੰ ਅਰੋਗ ਕੀਤਾ। ਐਤਨ ਤਿਆਗਿਓ ਕਿਰਪਾਨ ਕੀਤ। ਸੱਚੇ ਪਾਤਸ਼ਾਹ ਮਹਾਰਾਜ ਜੀ ਬਾਲਾ ਸਾਹਿਬ ਜੋਤੀ ਜੋਤ ਸਮਾਏ ਨੇ। ਗੁਰਦੁਆਰਾ ਬੰਗਲਾ ਸਾਹਿਬ ਤੋਂ ਬਾਲਾ ਸਾਹਿਬ ਨੇੜੇ ਹੀ ਹੈ। ਮਾਤਾ ਸਾਹਿਬ ਦੇਵਾ ਜੀ ਦਾ ਵੀ ਜੋਤੀ ਜੋਤ ਸਥਾਨ ਬਾਲਾ ਸਾਹਿਬ ਹੀ ਹੈ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਵੀ ਜੋਤੀ ਜੋਤ ਸਥਾਨ ਬਾਲਾ ਸਾਹਿਬ ਗੁਰਦੁਆਰਾ ਸਾਹਿਬ ਦਿੱਲੀ ਵਿਖੇ ਹੈ। ਜੁਗ ਸੰਮਤ ਅਰ 5 ਮਹੀਨੇ। ਸੱਚੇ ਪਾਤਸ਼ਾਹ ਮਹਾਰਾਜ ਜੀ 2 ਸਾਲ ਤੇ 5 ਮਹੀਨੇ ਗੁਰਤਾ ਗੱਦੀ ਤੇ ਸੁਭਾਇਮਾਨ ਰਹੇ ਨੇ। ਦਿਨ 19 ਗੁਰ ਤਾਪਦ ਕੀਨੇ। ਸੱਚੇ ਪਾਤਸ਼ਾਹ 2 ਸਾਲ 5 ਮਹੀਨੇ ਤੇ 19 ਦਿਨ ਗੁਰਤਾ ਗੱਦੀ ਤੇ ਰਹੇ। ਦੋਹਰਾ ਸੰਮਤ 17 ਸਾਹਿਬਤ ਉਪਰ ਵੀਸਰ ਏਕ। ਸੱਚੇ ਪਾਤਸ਼ਾਹ 1720 ਬਿਕਰਮੀ ਨੂੰ ਚੇਤ ਸੁਦੀ 14 ਦਿਵਸ ਸ੍ਰੀ ਗੁਰ ਜਲਦ ਵਿਵੇਕ। ਸੱਚੇ ਪਾਤਸ਼ਾਹ ਸੰਸਾਰ ਸਮੁੰਦਰ ਦੇ ਅੰਦਰ ਫਸੇ ਹੋਏ ਜੀਵਾਂ ਨੂੰ ਤਾਰਨ ਦੇ ਲਈ ਚੇਤ ਸੁਦੀ ਚੌਥ ਨੂੰ ਜੋਤੀ ਜੋਤ ਸਮਾਏ ਸਨ। ਚੌਪਈ ਏਕ ਜਾਮ ਖਟ ਘਟੀ ਬਿਤਾਏ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਪ੍ਰਕਾਰ ਦੁਬਾਰਾ ਪੜੋ ਜੀ ਪੰਕਤੀ ਪੂਰੀ। ਏਕ ਜਾਮ ਖਟ ਘਟੀ ਬਿਤਾਏ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਜਾਮ ਤੇ ਇੱਕ ਘੜੀ ਬਿਤਾਈ ਜਦੋਂ ਸਮਾਂ ਬਤੀਤ ਕੀਤਾ। ਨਿਸਾ ਵਿਖੇ ਸ੍ਰੀ ਗੁਰੂ ਸਮਾਏ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਰਾਤ ਨੂੰ ਜੋਤੀ ਜੋਤ ਸਮਾਉਣਾ ਸੀ। ਬਾਬਾ ਕਹਿਓ ਬਕਾਲੇ ਮਾਹੇ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਗੁਰਤਾ ਗੱਦੀ ਦੇਣੀ ਸੀ, ਜੋ ਪਰੰਪਰਾ ਚੱਲਦੀ ਆ ਰਹੀ ਸੀ। ਗੁਰੂ ਹਰਕ੍ਰਿਸ਼ਨ ਸਾਹਿਬ ਨੇ 5 ਪੈਸੇ ਤੇ ਨਾਰੀਅਲ ਮੰਗਵਾ ਕੇ ਸੰਗਤ ਨੂੰ ਬਚਨ ਕੀਤਾ, ਬਾਬਾ ਬਾਸਹਿ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਦਾ ਸੰਭਾਲੇ। ਗੁਰੂ ਹਰਗੋਬਿੰਦ ਸਾਹਿਬ ਦਾਦਾ ਜੀ ਸੀਗੇ, ਗੁਰੂ ਹਰਰਾਏ ਸਾਹਿਬ ਉਹਨਾਂ ਦੇ ਪੋਤਰੇ ਸੀਗੇ ਤੇ ਗੁਰੂ ਹਰਰਾਏ ਸਾਹਿਬ ਤੋਂ ਬਾਅਦ ਮਹਾਰਾਜ ਉਹਨਾਂ ਦੇ ਫੇਰ ਦੁਬਾਰਾ ਪੁੱਤਰ ਨੂੰ ਗੱਦੀ ਮਿਲੀ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ।
ਹੁਣ ਪੁੱਤਰ ਤੋਂ ਫੇਰ ਦਾਦੇ ਨੂੰ ਗੱਦੀ ਜਾਣੀ ਸੀ, ਕਿਉਂਕਿ ਗੁਰੂ ਅਮਰਦਾਸ ਜੀ ਦਾ ਬਚਨ ਸੀਗਾ ਮਾਤਾ ਭਾਨੀ ਨੂੰ ਕਿ ਗੱਦੀ ਗੁਰੂ ਘਰ ਦੇ ਅੰਦਰ ਮੁੜ ਘੁੜ ਕੇ ਆਵੇਗੀ। ਪਹਿਲੇ ਦਾਦੇ ਤੋਂ ਪੋਤਰੇ ਨੂੰ ਆਈ, ਗੁਰੂ ਹਰਗੋਬਿੰਦ ਸਾਹਿਬ ਤੋਂ ਗੁਰੂ ਹਰਿਰਾਏ ਸਾਹਿਬ ਨੂੰ ਆਈ। ਗੁਰੂ ਹਰਿਰਾਏ ਸਾਹਿਬ ਮਹਾਰਾਜ ਤੋਂ ਉਹਨਾਂ ਦੇ ਪੁੱਤਰ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਮਿਲੀ। ਗੁਰੂ ਹਰਕ੍ਰਿਸ਼ਨ ਸਾਹਿਬ ਤੋਂ ਗੱਦੀ ਫੇਰ ਦਾਦੇ ਨੂੰ ਮਿਲਣੀ ਸੀ, ਗੁਰੂ ਤੇਗ ਬਹਾਦਰ ਸਾਹਿਬ ਨੂੰ। ਤੇ ਗੁਰੂ ਸਾਹਿਬ ਨੇ ਬਚਨ ਉਚਾਰਨ ਕੀਤਾ, ਬਾਬਾ ਬਾਸਹਿ ਗ੍ਰਾਮ ਬਕਾਲੇ, ਬਈ ਬਕਾਲੇ ਨਗਰ ਦੇ ਅੰਦਰ ਸਾਡੇ ਦਾਦਾ ਜੀ ਵਸਦੇ ਨੇ। ਗੁਪਤ ਬਚਨ ਕੀਤਾ, ਬਨ ਗੁਰ ਸੰਗਤ ਸਦਾ ਸੰਭਾਲੇ। ਤੇ ਉਹ ਗੁਰਤਾ ਗੱਦੀ ਤੇ ਬੈਠਣਗੇ ਜੋ ਤਪ ਕਰ ਰਹੇ ਨੇ 26 ਸਾਲ 9 ਮਹੀਨੇ 13 ਦਿਨ। ਗੁਰੂ ਤੇਗ ਬਹਾਦਰ ਸਾਹਿਬ ਮਾਤਾ ਗੁਜਰੀ ਜੀ ਨੇ ਤਪ ਕੀਤਾ ਹੈ ਬਕਾਲੇ ਦੀ ਧਰਤੀ ਤੇ, ਤਾਂ ਹੀ ਤਾਂ ਇਹਨੇ ਤੇਜਸਵੀ ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਵਤਾਰ ਹੋਇਆ। ਅੱਜ ਚੁੰਚ ਗਿਆਨੀ ਕਥਾ ਦੇ ਅੰਦਰ ਇਹ ਵੀ ਕਹਿਣ ਲੱਗ ਪਏ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਬਾਬੇ ਬਕਾਲੇ ਤਪ ਹੀ ਨਹੀਂ ਕੀਤਾ। ਖਾਲਸਾ ਜੀ ਉਹਨਾਂ ਨੇ ਕਦੇ ਦਸਮ ਗ੍ਰੰਥ ਪੜ੍ਹਿਆ ਹੀ ਨਹੀਂ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਲਿਖਿਆ, ਤਾਤ ਮਾਤ ਮੁਰ ਅਲਖ ਅਰਾਧਾ, ਬਹੁ ਬਿਦ ਜੋਗ ਸਾਧਨਾ ਸਾਧਾ, ਤਿਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਜਦੋਂ ਮੇਰੇ ਮਾਤਾ ਤੇ ਪਿਤਾ ਨੇ ਬਾਬੇ ਬਕਾਲੇ ਵਿਖੇ ਤਪ ਕੀਤਾ ਹੈ, ਤਾਂ ਪਰਮੇਸ਼ਵਰ ਨੇ ਸਾਡਾ ਅਵਤਾਰ ਮਾਤਾ ਗੁਜਰੀ ਜੀ ਦੇ ਉਧਰ ਦੇ ਅੰਦਰ ਬਾਬੇ ਬਕਾਲੇ ਦੀ ਧਰਤੀ ਵਿਖੇ ਉਹ ਤਪ ਦਾ ਫਲ ਪਾਤਸ਼ਾਹ ਕਹਿੰਦੇ ਪਟਨਾ ਸਾਹਿਬ ਸਾਡਾ ਅਵਤਾਰ ਹੋਇਆ। ਸੋ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਜੋ ਇਸ਼ਾਰਾ ਸੀਗਾ ਉਹ ਬਾਬੇ ਬਕਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਸੀ। ਸਤਿਗੁਰ ਤੇਗ ਬਹਾਦਰ ਤਾਹੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੋ ਅਵਤਾਰ ਸੀਗਾ ਉਹ ਸਾਰੀ ਸੰਗਤ ਜਾਣਦੀ ਹੈ। ਗੁਰੂ ਕੇ ਮਹਿਲ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਸੀ। ਗੁਰਤਾ ਗੱਦੀ ਤੇ ਪ੍ਰਗਟ ਸੱਚੇ ਪਾਤਸ਼ਾਹ ਬਾਬੇ ਬਕਾਲੇ ਹੋਏ ਨੇ। ਗੁਰੂ ਤੇਗ ਬਹਾਦਰ ਸਾਹਿਬ ਦੀ ਜੋ ਸ਼ਹੀਦੀ ਹੈ ਉਹ ਚਾਂਦਨੀ ਚੌਕ ਵਿਖੇ ਪਾਤਸ਼ਾਹ ਜੀ ਦੇ ਸੀਸ ਦੇ ਉੱਤੇ ਤੇਗ ਚਲਾਈ ਹੈ। ਪਾਤਸ਼ਾਹ ਦੇ ਸੀਸ ਦਾ ਸੰਸਕਾਰ ਹੈ ਉਹ ਗੁਰਦੁਆਰਾ ਰਕਾਬਗੰਜ ਸਾਹਿਬ ਹੋਇਆ ਹੈ। ਜਿਹੜੇ ਧੜ ਦਾ ਸੰਸਕਾਰ ਹੈ ਪਾਤਸ਼ਾਹ ਦੇ ਸੀਸ ਦਾ ਸੰਸਕਾਰ ਜਿਹੜਾ ਹੈ ਉਹ ਆਨੰਦਪੁਰ ਸਾਹਿਬ ਹੋਇਆ ਹੈ। ਤੇ ਧੜ ਦਾ ਸੰਸਕਾਰ ਲੱਖੀ ਸ਼ਾਹ ਵਣਜਾਰੇ ਨੇ ਧੜ ਦਾ ਸੰਸਕਾਰ ਆਪਣੇ ਘਰ ਨੂੰ ਅੱਗ ਲਗਾ ਕੇ ਰਕਾਬਗੰਜ ਸਾਹਿਬ ਕੀਤਾ। ਖਾਲਸਾ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਲਸਾਨੀ ਸ਼ਹਾਦਤ ਨੂੰ ਸਾਰਾ ਬ੍ਰਹਿਮੰਡ ਚੁੱਕਦਾ ਹੈ। ਅਰਪਤ ਭਏ ਤਿਨਹਿ ਗੁਰ ਆਈ, ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਗੁਰਤਾ ਗੱਦੀ ਦਿੱਤੀ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ। ਤਖਤ ਬਿਰਾਜੇ ਸਿਖ ਸੁਖਦਾਈ, ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਗੁਰਤਾ ਗੱਦੀ ਤੇ ਬੈਠੇ। ਗੁਰੂ ਹਰਿਰਾਏ ਸਾਹਿਬ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ। ਸ੍ਰੀ ਗੁਰੂ ਹਰਗੋਬਿੰਦ ਕੇ ਨੰਦ, ਗੁਰੂ ਹਰਗੋਬਿੰਦ ਸਾਹਿਬ ਦੇ ਨੰਦਨ ਸੀਗੇ। ਨੰਦਨ ਦਾ ਅਰਥ ਹੁੰਦਾ ਪੁੱਤਰ ਸੀਗੇ। ਸੋਢੀ ਬੰਸ ਗਗਨ ਕੇ ਚੰਦ, ਤੇ ਸੋਢੀ ਬੰਸ਼ ਦੇ ਗਗਨ ਸੀਗੇ। ਕਵੀ ਰਾਏ ਭਾਈ ਸੰਤੋਖ ਸਿੰਘ ਜੀ ਨੇ ਕੀ ਗੱਲ ਕਹੀ, ਹੀਨ ਜੇ ਸਮਾਨ ਤੋਂ ਕਲੰਕ, ਕਹਿੰਦੇ ਚੰਦਰਮਾ ਨੂੰ ਵੀ ਤੁਹਾਡੀ ਬਰਾਬਰਤਾ ਗੁਰੂ ਤੇਗ ਬਹਾਦਰ ਸਾਹਿਬ ਕਿਵੇਂ ਦੇ ਦਈਏ, ਕਿਉਂਕਿ ਚੰਦਰਮਾ ਦੇ ਅੰਦਰ ਵੀ ਕਲੰਕ ਹੈ ਪਰ ਤੁਹਾਡੇ ਅੰਦਰ ਕੋਈ ਕਲੰਕ ਨਹੀਂ ਹੈ। ਸੁੰਦਰ ਤੁਸੀਂ ਬਹੁਤ ਹੋ ਪਰ ਚੰਦਰਮਾ ਵੀ ਤੁਹਾਡੀ ਬਰਾਬਰੀ ਨਹੀਂ ਕਰ ਸਕਦਾ। ਮਾਤ ਨਾਨਕੀ ਜਿਨ ਕੀ ਜਾਨ, ਗੁਰੂ ਹਰਿਰਾਏ ਸਾਹਿਬ ਮਹਾਰਾਜ ਵਾਹਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਮਾਤਾ ਦਾ ਨਾਮ ਨਾਨਕੀ ਸੀ ਜੋ ਗੁਰੂ ਹਰਗੋਬਿੰਦ ਸਾਹਿਬ ਦੇ ਮਹਿਲ ਸੀਗੇ। ਜਨਮ ਸਦਾਸਰਪੁਰ ਕੇ ਥਾਨ, ਗੁਰੂ ਕੇ ਮਹਿਲ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਦਾ ਜਨਮ ਹੋਇਆ 9ਵੀਂ ਪਾਤਸ਼ਾਹੀ ਦਾ। ਸ੍ਰੀ ਗੁਜਰੀ ਮਹਿਲਾ ਸ਼ੁਭ ਵਿਆਹੀ, ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦਾ ਆਨੰਦ ਕਾਰਜ ਮਾਤਾ ਗੁਜਰੀ ਜੀ ਦੇ ਨਾਲ ਹੋਇਆ ਹੈ। ਤਪ ਕੋ ਤੇਜ ਪੁੰਜ ਜਿਨ ਮਾਹੀ, ਮਾਤਾ ਗੁਜਰੀ ਜੀ ਵੀ ਤਪ ਤੇਜ ਦੇ ਅੰਦਰ ਭਰਪੂਰ ਸੀਗੇ। ਤਿਨ ਕੇ ਪੁੱਤਰ ਭਏ ਬੜ ਸੂਰੇ, ਉਹਨਾਂ ਦੇ ਪੁੱਤਰ ਹੋਏ ਨੇ ਮਹਾਬਲੀ ਅਵਤਾਰ ਬਾਦਸ਼ਾਹ ਦਰਵੇਸ਼ ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਜੀ। ਦੇਗ ਤੇਗ ਦਹੂਨ ਕੇ ਪੂਰੇ, ਦੇਗ ਤੇ ਤੇਗ ਦੇ ਧਨੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ। ਜਿਨ ਧਰ ਕਲਗੀ ਛਤਰ ਵਿਦਾਰੇ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਔਰੰਗਜ਼ੇਬ ਨੇ ਕਿਹਾ ਸੀਗਾ ਬਈ ਹਿੰਦੁਸਤਾਨ ਸਾਰਾ ਮੇਰਾ ਗੁਲਾਮ ਹੈ, ਕੋਈ ਕਲਗੀ ਨਹੀਂ ਲਾਵੇਗਾ, ਕੋਈ ਘੋੜੇ ਨਹੀਂ ਰੱਖੇਗਾ, ਨਗਾਰਾ ਨਹੀਂ ਵਜਾਏਗਾ, ਕੋਈ ਰਾਜ ਨਹੀਂ ਕਰੇਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਤੋਂ ਹੁਕਮਨਾਮਾ ਭੇਜਿਆ ਦਿੱਲੀ ਵਿਖੇ, ਕਿਹਾ ਔਰੰਗਜ਼ੇਬ ਮੇਰੇ ਸਿੱਖ ਜਿਹੜੇ ਨੇ ਘੋੜਿਆਂ ਦੀ ਸਵਾਰੀ ਕਰਨਗੇ, ਰਾਜ ਕਰਨਗੇ, ਅਸੀਂ ਨਗਾਰੇ ਵੀ ਵਜਾਵਾਂਗੇ। 22 ਧਾਰ ਦੇ ਪਹਾੜੀ ਰਾਜਿਆਂ ਨੂੰ ਜਦੋਂ ਮਹਾਰਾਜ ਨਗਾਰਾ ਵਜਾਉਂਦੇ ਸੀ ਨਾ ਉਹ ਡਰ ਕੇ ਜਨਾਨੀ ਦੇ ਪੱਲੂਆਂ 'ਚ ਲੁਕ ਜਾਂਦੇ ਸੀਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਔਰੰਗਜ਼ੇਬ ਮੈਂ ਕਲਗੀ ਵੀ ਲਾਵਾਂਗਾ, ਮੇਰੇ ਸਿੰਘ ਵੀ ਕਲਗੀ ਲਾਣਗੇ। ਮਹਾਰਾਜ ਨੇ ਕਲਗੀ ਦਿੱਤੀ ਸੀ ਨਾ ਜਦੋਂ ਚਮਕੌਰ ਦੀ ਗੜੀ ਛੱਡੀ ਤੇ ਮਹਾਰਾਜ ਨੇ ਭਾਈ ਸੰਗਤ ਸਿੰਘ ਦੇ ਸੀਸ ਤੇ ਕਲਗੀ ਲਾਈ। ਮਹਾਰਾਜ ਨੇ ਕਿਹਾ ਕਲਗੀ ਵੀ ਲਾਵਾਂਗੇ, ਘੋੜੇ ਵੀ ਸਜਾਵਾਂਗੇ, ਰਣਜੀਤ ਨਗਾਰੇ ਵੀ ਵਜਾਵਾਂਗੇ।
ਔਰੰਗਜ਼ੇਬ ਤੇਰਾ ਝੂਠਿਆਂ ਦਾ ਤਖਤ ਹੈ, ਅਸੀਂ ਸੱਚਾ ਤਖਤ ਕੇਸਗੜ੍ਹ ਸਾਹਿਬ ਵੀ ਸਜਾਵਾਂਗੇ। ਤੁਰਕ ਪਹਾੜੀ ਅਰੇ ਸੋ ਮਾਰੇ। ਜਿਹੜਾ ਵੀ ਤੁਰਕ ਪਹਾੜੀ ਸਾਡੇ ਅੱਗੇ ਅੜੇਗਾ, ਧਰਮ ਦੇ ਅੱਗੇ ਸਾਡੇ ਰੁਕਾਵਟ ਪਾਵੇਗਾ, ਉਹਨੂੰ ਝਟਕਾ ਦੇਵਾਂਗੇ। ਇਹ ਮਿਸਰੀ ਤੇਗ ਬਹਾਦਰ ਭਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਤਾ ਸਨ। ਦਾਸ ਅਨੇਕ ਉਦਾਰਨ ਕਏ। ਅਨੇਕਾਂ ਹੀ ਦਾਸਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਉਧਾਰ ਦਿੱਤਾ ਹੈ। ਸੰਮਤ 10 ਅਰ ਸਪਤ ਮਹੀਨਾ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 10 ਸਾਲ ਤੇ 9 ਮਹੀਨੇ ਦਿਨ 21 ਗੁਰਤਾ ਪਦ ਲੀਨਾ। ਤੇ ਉਪਰੰਤ 21 ਦਿਨ ਉੱਪਰ ਗੁਰਤਾ ਗੱਦੀ ਨਿਭਾਈ ਹੈ। ਤਨ ਤਿਆਗਨ ਕੋ ਸਮੋ ਸੁਪਾਏ। ਤਕਰੀਬਨ 54 ਸਾਲ ਦੀ ਉਮਰ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੋਤੀ ਜੋਤ ਸਮਾਏ ਨੇ। ਤੁਰਕੇਸ਼ਵਰ ਸਰੇ ਦੋਸ਼ ਚੜਾਏ। ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਚਾਂਦਨੀ ਚੌਕ ਜਦੋਂ ਸ਼ਹੀਦੀ ਦਿੱਤੀ ਹੈ ਤੇ ਤੁਰਕਾਂ ਦੇ ਉੱਤੇ ਦੋਸ਼ ਮੜਿਆ ਹੈਗਾ। ਉਹਨਾਂ ਨੂੰ ਮਹਾਰਾਜ ਨੂੰ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਕਿਹਾ ਸੀ ਕਿ ਤੁਸੀਂ ਹਿੰਦੁਸਤਾਨ ਦਾ ਅੱਧਾ ਰਾਜ ਲੈ ਲਓ, ਹਿੰਦੂਆਂ ਦੀ ਬਾਂਹ ਛੱਡ ਦਿਓ, ਕਿਉਂਕਿ ਕਸ਼ਮੀਰੀ ਪੰਡਤਾਂ ਦੇ ਉੱਤੇ ਬਹੁਤ ਜ਼ੁਲਮ ਕਰਦਾ ਸੀਗਾ। ਸ਼ੇਰ ਅਫਗਾਨ ਖਾਨ ਖਾਲਸਾ ਜੀ ਇੰਨਾ ਜ਼ਾਲਮ ਸੀ। ਕਸ਼ਮੀਰ ਦਾ ਜਿਹੜਾ ਸੀ ਹੁਕਮਰਾਨ ਉਹ ਸੀਗਾ। ਜਿਹੜੇ ਕਸ਼ਮੀਰੀ ਪੰਡਤ ਭੋਲੇ ਭਾਲੇ ਭਜਨ ਕਰਦੇ ਸੀ, ਉਹਨਾਂ ਦੇ ਮੂੰਹ ਨੂੰ ਫੜ ਕੇ ਅੱਡ ਕੇ ਉਹਨਾਂ ਦੇ ਮੂੰਹ ਦੇ ਅੰਦਰ ਪਾਨ ਥੁੱਕਦਾ ਸੀ ਤੇ ਉਹਨਾਂ ਨੂੰ ਕਿਰਪਾਨ ਨਾਲ ਮਾਰ ਕੇ ਡਾਲ ਲੈ ਕੇ ਸੁੱਟ ਦਿੰਦਾ ਸੀ। ਉਹ ਕਸ਼ਮੀਰੀ ਪੰਡਤ ਇਕੱਠੇ ਹੋ ਕੇ ਭਗਵਾਨ ਸ਼ਿਵਜੀ ਜੀ ਦੇ ਕੋਲ ਅਮਰਨਾਥ ਦੇ ਮੰਦਿਰ ਗਏ। ਉੱਥੋਂ ਫਿਰ ਹੁਕਮਨਾਮਾ ਆਇਆ ਸੀਗਾ ਵੀ ਤੁਹਾਡੇ ਧਰਮ ਦੀ ਰੱਖਿਆ ਅਨੰਦਪੁਰ ਸਾਹਿਬ ਵਾਸੀ ਗੁਰੂ ਤੇਗ ਬਹਾਦਰ ਸਾਹਿਬ ਕਰਨਗੇ। ਕਸ਼ਮੀਰੀ ਪੰਡਤ ਉਹ ਨਿਉਂਦਰਾ ਲੈ ਕੇ ਭਗਵਾਨ ਸ਼ਿਵਜੀ ਦਾ ਗੁਰੂ ਤੇਗ ਬਹਾਦਰ ਸਾਹਿਬ ਕੋਲ ਗਏ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਬਈ ਜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਲੈਣਗੇ, ਪਿੱਛੋਂ ਸਾਰੇ ਹੀ ਹਿੰਦੂ ਮੁਸਲਮਾਨ ਬਣ ਜਾਣਗੇ। ਜਦੋਂ ਇਹ ਗੱਲ ਸੁਣੀ ਔਰੰਗਜ਼ੇਬ ਬਹੁਤ ਖੁਸ਼ ਹੋਇਆ। ਉਹਨੇ ਕਿਹਾ ਇੱਕ ਨੂੰ ਹਿੰਦੂ ਬਣਾਉਣਾ ਹੈ, ਸਾਰੇ ਇੱਕ ਹਿੰਦੂ ਨੂੰ ਮੁਸਲਮਾਨ ਬਣਾਉਣਾ ਹੈ, ਸਾਰੀ ਹਿੰਦੂ ਕੌਮ ਮੁਸਲਮਾਨ ਬਣ ਜਾਵੇਗੀ। ਜਦੋਂ ਇਹ ਗੱਲ ਸੁਣੀ ਔਰੰਗਜ਼ੇਬ ਨੇ ਤੇ ਉਸਨੇ ਕਿਹਾ ਤਾਂ ਬਹੁਤ ਆਸਾਨ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਗ੍ਰਿਫਤਾਰੀ ਕਰਾਈ। ਤਕਰੀਬਨ 3 ਮਹੀਨੇ ਲੱਗਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸਾਰੀ ਕਥਾ ਜੇ ਕਰਨੀ ਹੋਵੇ। ਤੇ ਮਹਾਰਾਜ ਫਿਰ ਉਧਰੋਂ ਬਾਂਗਰ ਦੇਸ਼ ਤੋਂ ਚੱਲੇ, ਆਗਰੇ ਗ੍ਰਿਫਤਾਰੀ ਦਿੱਤੀ। ਦਿੱਲੀ ਵਿਖੇ ਮਹਾਰਾਜ ਦੀ ਸ਼ਹੀਦੀ ਹੋਈ। ਉੱਥੇ ਮਹਾਰਾਜ ਦੇ ਅੱਗੇ 3 ਸ਼ਰਤਾਂ ਰੱਖੀਆਂ ਔਰੰਗਜ਼ੇਬ ਨੇ। ਦੇਖਦੇ ਹੀ ਬਹੁਤ ਖੁਸ਼ ਹੋਇਆ ਔਰੰਗਜ਼ੇਬ। ਕਿਹਾ ਮਹਾਰਾਜ ਤੁਹਾਡੇ ਸਿਰ ਦੇ ਉੱਤੇ ਟੋਪੀ ਨਹੀਂ ਹੈ, ਗਲੇ 'ਚ ਜਨੇਊ ਨਹੀਂ ਹੈ ਤੇ ਤੁਸੀਂ ਥੱਲੇ ਧੋਤੀ ਨਹੀਂ ਪਾਈ, ਤੁਸੀਂ ਤਾਂ ਹਿੰਦੂ ਹੋ ਹੀ ਨਹੀਂ। ਛੱਡੋ ਹਿੰਦੂਆਂ ਦੀ ਬਾਂਹ, ਅੱਧਾ ਹਿੰਦੁਸਤਾਨ ਤੁਹਾਡਾ ਅੱਧਾ ਮੇਰਾ, ਅਸੀਂ ਰਾਜ ਕਰਾਂਗੇ, ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾ ਦਿੰਨੇ ਆ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕਿਹਾ ਨਹੀਂ, ਸਾਨੂੰ ਨਹੀਂ ਪ੍ਰਵਾਨ। ਕਿਹਾ ਮਹਾਰਾਜ ਤੁਹਾਨੂੰ ਤਸੱਲੀ ਨਹੀਂ ਹੋ ਰਹੀ ਤੇ ਮੇਰੀ ਜੇਬ ਨਿਸ਼ਾਨ ਲੜਕੀ 18 ਸਾਲ ਦੀ ਹੈ, ਕੁਵਾਰੀ, ਮੈਂ ਆਪਣੀ ਲੜਕੀ ਦਾ ਰਿਸ਼ਤਾ ਤੁਹਾਨੂੰ ਦੇਣਾ, ਛੋੜੋ ਹਿੰਦੂਆਂ ਦੀ ਬਾਂਹ। ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸਾਨੂੰ ਤੇਰਾ ਉਹ ਵੀ ਤੇਰਾ ਅਸੈਪਟ ਨਹੀਂ ਹੈ ਜਿਹੜਾ ਤੂੰ ਸਾਨੂੰ ਸ਼ਰਤਾਂ ਰੱਖ ਰਿਹਾ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਕਿਹਾ ਮਹਾਰਾਜ ਫਿਰ ਸਾਡੇ ਅੱਗੇ ਇੱਕੋ ਇੱਕ ਸ਼ਰਤ ਰਹਿ ਗਈ ਹੈ, ਤੁਹਾਡੀ ਸ਼ਹਾਦਤ। ਮਹਾਰਾਜ ਕਹਿੰਦੇ ਉਹੀ ਤਾਂ ਇੱਥੇ ਦੇਣ ਆਏ ਆ। ਬਾਹੇ ਜਿਨ੍ਹਾਂ ਦੀ ਪਕੜੀ ਹੈ, ਜਿਨ੍ਹਾਂ ਦੀ ਬਾਹ ਫਕੜ ਲਈਏ, ਸਿਰ ਦੀਜੈ ਬਾਹੇ ਨਾ ਛੋਡੀ ਹੈ। ਗੁਰੂ ਤੇਗ ਬਹਾਦਰ ਸਾਹਿਬ ਬੋਲਿਆ ਸਿਰ ਦੀਜੈ ਬਾਹੇ ਨਾ ਛੋਡੀ ਹੈ। ਕਹਿੰਦੇ ਹੁਣ ਤੇ ਕਸ਼ਮੀਰੀ ਪੰਡਤ ਕੇਸ਼ਵ ਦਾਸ ਹੋਰਾਂ ਦੀ ਬਾਹ ਫੜ ਲਈ ਹੈ, ਆਪਣਾ ਸੀਸ ਦੇ ਦੇਵਾਂਗੇ, ਉਹਨਾਂ ਦੀ ਬਾਹ ਨਹੀਂ ਛੱਡਾਂਗੇ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਚਾਂਦਨੀ ਚੌਕ ਮੱਘਰ ਸੁਦੀ ਪੰਚਮੀ 1675 ਨੂੰ ਪਾਤਸ਼ਾਹ ਨੇ ਆਪਣੀ ਸ਼ਹਾਦਤ ਦੇ ਦਿੱਤੀ, ਪਰ ਹਿੰਦੂਆਂ ਦੀ ਬਾਹ ਨਹੀਂ ਛੱਡੀ। ਮਹਾਰਾਜ ਕਹਿੰਦੇ ਬਈ ਅਸੀਂ ਤਿਲਕ ਤੇ ਜੰਜੂ ਦੀ ਰੱਖਿਆ ਦੇ ਲਈ ਆਪਣੀ ਸ਼ਹਾਦਤ ਜ਼ਰੂਰ ਦੇਵਾਂਗੇ। ਕਲਗੀਧਰ ਗੁਰੂ ਗੋਬਿੰਦ ਸਿੰਘ ਨੇ ਦਸਮ ਗ੍ਰੰਥ ਦੇ ਅੰਦਰ ਇਹ ਗੱਲ ਲਿਖੀ ਹੈ, ਤਿਲਕ ਜੰਜੂ ਰਾਖਾ ਪ੍ਰਭ ਤਾਂਕਾ। ਤਿਲਕ ਤੇ ਜੰਜੂ ਦੀ ਰੱਖਿਆ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਨੇ। ਕੀਨੋ ਵੱਡੋਂ ਕਲੂ ਮੈਂ ਸਾਕਾ, ਕਲਯੁਗ ਦੇ ਅੰਦਰ ਵੱਡਾ ਸਾਕਾ ਕਰਕੇ ਦਿਖਾਇਆ। ਸਾਧਨ ਹੇਤ ਈਤੀ ਜਿਨ ਕਰੀ, ਸਾਧੂਆਂ ਦੇ ਨਾਲ ਜਿਨ੍ਹਾਂ ਨੇ ਫਰੈਂਡਸ਼ਿਪ ਕੀਤੀ। ਈਤੀ ਦਾ ਅਰਥ ਹੁੰਦਾ ਦੋਸਤੀ ਕਰਨਾ। ਸਾਧਨ ਹੇਤ ਕਸ਼ਮੀਰੀ ਪੰਡਤਾਂ ਨਾਲ ਦੋਸਤੀ ਕੀਤੀ। ਸੀਸ ਦਿਆ ਪਰ ਸੀ ਨਾ ਉਚਰੀ, ਆਪਣਾ ਸੀਸ ਤੇ ਕਲਮ ਕਰਵਾ ਦਿੱਤਾ ਪਰ ਮੁਖੋਂ ਸੀ ਨਹੀਂ ਉਚਰੀ। ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਨ ਕਹਿ ਆਵਤ ਲਾਜਾ। ਨਾਟਕ ਚੇਟਕ ਲੋਕ ਕਰਦੇ ਹੁੰਦੇ ਨੇ, ਜਿਹੜੇ ਨਾਟਕ ਚੇਟਕ ਕਰਦੇ ਨੇ ਨਾ, ਕਰਾਮਾਤ ਦਿਖਾ ਦੇਣੀ, ਮਹਾਰਾਜ ਨੇ ਕਰਾਮਾਤ ਨਹੀਂ ਦਿਖਾਈ। ਉਹਦੀ ਧਨ ਤੇ ਇਸਤਰੀਆਂ ਦੇ ਆਫਰ ਵੀ ਠੁਕਰਾ ਦਿੱਤੇ ਤੇ ਉਹੀ ਆਫਰ ਉਹਨਾਂ ਨੇ ਫੇਰ ਦਿੱਤੇ ਚਮਕੌਰ ਸਾਹਿਬ ਦੇ ਅੰਦਰ। ਉਹੀ ਆਫਰ ਉਹਨਾਂ ਨੇ
ਸਰਹੰਦ ਦੀ ਨੀਹਾਂ ਦੇ ਅੰਦਰ ਦਿੱਤੇ। ਪਰ ਉੱਥੇ ਛੋਟੇ ਸਾਹਿਬਜ਼ਾਦਿਆਂ ਨੇ ਕਿਹਾ, ਵਜ਼ੀਰ ਖਾਨ ਤੇਰੇ ਵੱਡਿਆਂ ਨੂੰ ਅਸੀਂ ਪਹਿਲੇ ਜੁੱਤੀ ਦੀ ਨੋਕ ਦੇ ਉੱਤੇ ਠੁਕਰਾ ਕੇ ਆਏ ਆ, ਜੋ ਤੂੰ ਸਾਨੂੰ ਦੁਬਾਰਾ ਲਾਲਚ ਦੇ ਰਹੇ ਆ। ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਦਾ ਪ੍ਰਸੰਗ ਗੁਰੂ ਤੇਗ ਬਹਾਦਰ ਸਾਹਿਬ ਦਾ ਸਾਰੀ ਸੰਗਤ ਨੇ ਸਰਵਣ ਕੀਤਾ ਹੈ। ਅੱਗੇ ਹੁਣ 10ਵੇਂ ਪਾਤਸ਼ਾਹ ਮਹਾਰਾਜ ਦੀ ਕਥਾ ਇਹ ਹਜੇ ਸੂਖਮ ਰੂਪ ਚ ਚੱਲ ਰਹੀ ਹੈ ਵੀਕਐਂਡ ਦੇ ਦੀਵਾਨਾਂ ਦੇ ਅੰਦਰ। ਉਪਰੰਤ ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਇਤਿਹਾਸ ਸ਼ੁਰੂ ਹੋ ਜਾਣਾ ਹੈ। ਅਗਲੇ ਹਫਤੇ ਤੋਂ ਫਿਰ ਰੈਗੂਲਰ ਗੁਰੂ ਕਿਰਪਾ ਨਾਲ ਕਥਾ ਸ਼ੁਰੂ ਹੋਵੇਗੀ। ਹਜੇ ਕੁਝ ਕੁ ਦਿਨ ਦੇ ਲਈ ਵੀਕਐਂਡ ਦੇ ਅੰਦਰ ਕਥਾ ਚੱਲ ਰਹੀ ਹੈ, ਫਿਰ ਰੈਗੂਲਰ ਕਥਾ ਹੋਵੇਗੀ। ਸਾਧ ਸੰਗਤ ਜੀ, ਸਾਡੇ ਸਭ ਦਾ ਫੁਰਨਾ ਹੁੰਦਾ ਹੈ ਵੀ ਅਸੀਂ ਇਤਿਹਾਸ ਨਾਲ ਜਾਣੂ ਹੋਈਏ, ਤੇ ਉਹ ਇਤਿਹਾਸ ਨਾਲ ਜਾਣੂ ਹੋਣ ਦਾ ਇੱਕੋ ਇੱਕ ਤਰੀਕਾ ਹੁੰਦਾ ਵੀ ਸੰਗਤ ਦੇ ਅੰਦਰ ਬਹਿ ਕੇ ਕਥਾ ਸੁਣਨੀ ਪੈਂਦੀ ਹੈ। ਤੇ ਕਥਾ ਸੁਣਨ ਦੇ ਨਾਲ, ਕਥਾ ਸੁਣਤ ਮਲ ਸਗਲੀ ਖੋਵ ਹੈ, ਕਥਾ ਸੁਣਨ ਦੇ ਨਾਲ ਮਨ ਦੀ ਮੈਲ ਵੀ ਉਤਰਦੀ ਹੈ, ਨਾਲੇ ਆਪਣੇ ਗੁਰੂਆਂ ਦਾ ਇਤਿਹਾਸ, ਸਿੱਖਾਂ ਦਾ ਇਤਿਹਾਸ ਪਤਾ ਲੱਗਦਾ ਹੈ। ਅੱਜ ਸਾਨੂੰ ਸਾਰਿਆਂ ਨੂੰ ਲੜਵਾਇਆ ਜਾ ਰਿਹਾ ਪੋਲਿਟਿਕਸ ਦੇ ਅੰਦਰ ਨਾ, ਵੀ ਹਿੰਦੂ ਮਾੜੇ ਨੇ, ਸਿੱਖ ਚੰਗੇ ਨੇ, ਕਈ ਕਹਿੰਦੇ ਸਿੱਖ ਮਾੜੇ ਨੇ, ਹਿੰਦੂ ਚੰਗੇ ਨੇ, ਮੁਸਲਮਾਨ ਮਾੜੇ ਨੇ। ਖਾਲਸਾ ਜੀ, ਤੁਸੀਂ ਜਾਗਰੂਕ ਹੋਵੋ। ਸਾਡੇ ਗੁਰੂਆਂ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸੱਜੇ ਪਾਸੇ ਮਰਦਾਨਾ ਬੈਠਾ ਮੁਸਲਮਾਨ ਕੀਰਤਨ ਕਰ ਰਿਹਾ ਹੈ, ਖੱਬੇ ਪਾਸੇ ਭਾਈ ਬਾਲਾ ਬੈਠਾ ਹਿੰਦੂ। ਸਾਰਾ ਧਰਤੀ ਦਾ ਰਟਨ ਕੀਤਾ, ਬ੍ਰਹਿਮੰਡ ਤੱਕ ਗਏ। ਕਦੀ ਮਹਾਰਾਜ ਨੇ ਤਾਂ ਸਿੱਖਾਂ ਤੇ ਹਿੰਦੂਆਂ ਦੇ ਅੰਦਰ ਫਰਕ ਹੀ ਨਹੀਂ ਸਮਝਿਆ। ਅੱਜ ਕਿਉਂ ਲੜਵਾਇਆ ਜਾ ਰਿਹਾ ਸਿਰਫ ਗੱਦੀ ਦੇ ਰਾਜ ਪਿੱਛੇ? ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਿਧਾਂਤ ਹੈ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਤੇ 10ਵੇਂ ਪਾਤਸ਼ਾਹ ਆਪਣੀ ਬਾਣੀ ਦੇ ਅੰਦਰ ਲਿਖ ਰਹੇ ਨੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਨਫ਼ਰਤ ਦੀ ਤਾਂ ਗੱਲ ਹੀ ਨਹੀਂ ਹੈ ਗੁਰੂ ਘਰ ਦੇ ਅੰਦਰ। ਖਾਲਸਾ ਜੀ, ਪ੍ਰੇਮ ਪ੍ਰੇਮ ਪ੍ਰੇਮ, ਗੁਰੂ ਘਰ ਦੇ ਅੰਦਰ ਪ੍ਰੇਮ ਨੂੰ ਪ੍ਰਧਾਨਤਾ ਹੈ, ਨਫ਼ਰਤਾਂ ਨੂੰ ਪ੍ਰਧਾਨਤਾ ਨਹੀਂ। ਗੁਰੂ ਕੇ ਕੀਰਤਨੀਏ ਹੁਰਜੂਰ ਦੇ ਅੰਦਰ ਸਜ ਗਏ ਨੇ, ਉਹ ਆਪ ਜੀ ਨੂੰ ਹੁਣ ਬਾਣੀ ਸਰਵਣ ਕਰਾਣਗੇ। ਪ੍ਰੇਮ ਦੇ ਨਾਲ ਸਰਵਣ ਕਰੋ ਜੀ। ਸਮੇਂ ਦੇ ਲਿਹਾਜ਼ ਦੇ ਨਾਲ ਸਮਾਪਤੀ ਹੈ ਜੀ। ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ, ਨਾਨਕ ਚਾਓ ਇਹੋ। हे गोबिंद हे गोपाल हे दयाल लाल, प्राणनाथ ना सखे दीन दर्द निवार। हे समर्थ अगम पूर्ण मोहे मया धार, अंधकूप महा भयान, नानक पार उतार। आए प्रभ शरणागति कृपा निध दयाल, एक अखर हर मन वस्त, नानक होत निहाल। फाहे काटे मिटे गवन, फते भई मन जीत, नानक गुर ते थित पाई, फिरन मिटे नित नीत। कथा निता प्रत होत है, सुनहु सिंह सुजान, नानक गुरु गोबिंद सिंह जी सदा करैं कल्याण। वाहेगुरु जी का खालसा, वाहेगुरु जी की फतेह।
ਰਹਿਣ ਦਿਸ ਪ੍ਰਭਾਤ ਰਹਿਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਮ ਤੇਰਾ ਧਿਆਵਣਾ ਦਿਨ ਪੀ ਗਾਵੋ ਗਾਵੋ ਰਾਤੀ ਗਾਵੋ ਗਾਵੋ ਦਿਨ ਪੀ ਗਾਵੋ ਗਾਵੋ ਰਾਤੀ ਗਾਵੋ 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 ਸਾਸ ਸਾਸ